ਕੀ ਫਤਿਹ। ਸੋ ਅੱਜ ਦਾ ਜਿਹੜਾ ਟੌਪਿਕ ਹੈ ਹੈਡਿੰਗ ਤੇ ਉਹਦਾ ਉਹੀ ਹੈ। ਅਸੀਂ ਕਿਉਂਕਿ ਉਹ ਟੌਪਿਕ ਬੜਾ ਗਹਿਰਾ ਹੈ ਔਰ ਬੜਾ ਲੰਬਾ ਵੀ ਹੈ, ਕਿਉਂਕਿ ਉਹ ਨਹੀਂ ਕਿ ਜੋ ਅਸੀਂ ਬਾਣੀ ਇੱਕ ਵਾਰੀ ਅਰਥ ਕੀਤੇ ਉੱਥੇ ਅਸੀਂ ਛੱਡ ਦਈਏ। ਇਹਦੀ ਕੰਟੀਨਿਊਟੀ ਜਿਹੜੀ ਹੈ ਉਹ ਹੀ ਸਾਨੂੰ ਅੱਗੇ ਅਖੀਰ ਤੱਕ ਲੈ ਕੇ ਜਾਏਗੀ। ਸੋ ਇਹਨੂੰ ਅਸੀਂ ਫਿਰ ਜਿੰਨੀ ਵਾਰੀ ਵੀ ਖੋਲ ਸਕਦੇ ਹਾਂ, ਅਲੱਗ-ਅਲੱਗ ਤਰੀਕਿਆਂ ਨਾਲ ਖੋਲਣ ਦੀ ਕੋਸ਼ਿਸ਼ ਕਰਾਂਗੇ। ਮੇਰੇ ਹਿਸਾਬ ਨਾਲ ਤੇ ਦੋ ਹੀ ਚੀਜ਼ਾਂ ਬੜੀਆਂ ਇੰਪੋਰਟੈਂਟ ਨੇ। ਇੱਕ ਤੇ ਮਨ ਨੂੰ ਤਿਆਰ ਕਰਨਾ ਉਸ ਲੈਵਲ ਤੇ ਲਿਆਉਣ ਵਾਸਤੇ ਜਿੱਥੇ ਉਹ ਸਮਝ ਸਕੇ, ਸਮਝ ਕੇ ਉਹਨੂੰ ਆਪਣੇ ਜੀਵਨ ਵਿੱਚ ਢਾਲ ਸਕੇ। ਦੂਸਰਾ ਗਿਆਨ ਜਿਹੜਾ ਕਿਹੜਾ ਗਿਆਨ ਹੈ ਜਿਹੜਾ ਕਿ ਸਾਨੂੰ ਉੱਥੋਂ ਤੱਕ ਪਹੁੰਚਾਦਾ ਹੈ ਜਿਹਦੇ ਨਾਲ ਕਿ ਸਾਡੇ ਸੰਸਾਰ ਵਿੱਚ ਆਉਣ ਦਾ ਜਿਹੜਾ ਪਰਪਸ ਹੈ ਉਹ ਸੋਲਵ ਹੋ ਜਾਏ। ਸੋ ਅੱਜ ਫਿਰ ਅਸੀਂ ਟੌਪਿਕ ਉਹੀ ਹੈ ਪਰ ਡਿਫਰੈਂਟ ਐਗਜ਼ਾਮਪਲਸ ਲੈ ਕੇ ਅਸੀਂ ਫਿਰ ਕਰਾਂਗੇ। ਸੋ ਟੌਪਿਕ ਇਹ ਹੈ ਕਿ ਬਈ ਪਰਮਾਤਮਾ ਦੀ ਏਕ ਓਂਕਾਰ ਦੀ ਸਰਵ ਵਿਆਪਕਤਾ, ਉਹਨੂੰ ਅਸੀਂ ਕਿੰਨੇ ਨਾਵਾਂ ਨਾਲ ਪੁਕਾਰ ਸਕਦੇ ਹਾਂ। ਸੱਚ ਦੀ ਖੋਜ, ਬ੍ਰਹਮ ਦੀ ਖੋਜ, ਜੋ ਬ੍ਰਹਮੰਡੇ ਸੋਈ ਪਿੰਡੇ, ਜੋ ਖੋਜੇ ਸੋ ਪਾਏ। ਸੋ ਇਹ ਜਿਹੜਾ ਸੈਂਟੈਂਸ ਹੈ ਨਾ, ਇਹ ਭਗਤ ਪੀਪਾ ਜੀ ਦਾ ਹੈਗਾ ਵੇ ਬਾਣੀ। ਇਹ ਜਿਹੜਾ ਸੈਂਟੈਂਸ ਹੈ ਇਹਦੇ ਵਿੱਚ ਜੋ ਬ੍ਰਹਮੰਡੇ ਸੋਈ ਪਿੰਡੇ, ਇਹ ਵੀ ਬੜਾ ਗਹਿਰਾ, ਲੇਕਿਨ ਜਿਹੜੀ ਅਗਲੀ ਤੁਕ ਹੈ ਉਹ ਉਹਨੂੰ ਜਾ ਕੇ ਕਲੀਅਰ ਕਰ ਦਈਏ, ਜੋ ਖੋਜੇ ਸੋ ਪਾਏ। ਹੁਣ ਜੋ ਕੁਝ ਬ੍ਰਹਮਾਂਡ ਦੇ ਵਿੱਚ ਹੈ ਉਹ ਹੀ ਸਾਡੇ ਵਿੱਚ ਹੈ, ਉਹ ਹੀ ਪਿੰਡੇ ਵਿੱਚ ਹੈ। ਕਿਉਂਕਿ ਕੁਦਰਤ ਤੇ ਸਾਰੀ ਜਿਹੜੀ ਪਰਮਾਤਮਾ ਨੇ ਬਣਾਈ ਹੈ, ਜਿਹੜੀ ਬ੍ਰਹਮ ਨੇ ਬਣਾਈ ਹੈ, ਜਿਹੜਾ ਬ੍ਰਹਮਾਂਡ ਹੈ, ਅਸੀਂ ਵੀ ਕੁਦਰਤ ਹਾਂ। ਅਸੀਂ ਕੁਦਰਤ ਦਾ ਇੱਕ ਆਈਟਮ ਆ। ਕੁਦਰਤ ਦੇ ਵਿੱਚ ਜੋ ਕੁਝ ਹੈ ਸਾਰਾ ਕੁਝ ਉਹ ਸਾਡੇ ਵਿੱਚ ਹੈ। ਸੋ ਹੁਣ ਇਹ ਹੈ ਕਿ ਉਹ ਸਾਨੂੰ ਗਿਆਨ ਇੰਨਾ ਤੇ ਹੈ, ਇਨਫੋਰਮੇਸ਼ਨ ਤੇ ਹੈ, ਉਹ ਕਿ ਇਨਸਾਨ ਨੂੰ, ਜਾਨਵਰਾਂ ਤੇ ਉਹ ਵੀ ਨਹੀਂ ਹੁੰਦੀ ਕਿ ਪਰਮਾਤਮਾ ਜਿਹੜਾ ਹੈ ਜਨਮ ਹੈ, ਬ੍ਰਹਮ ਹੈ ਜਾਨ। ਲੇਕਿਨ ਉਹਦੀ ਜਿਹੜੀ ਰਿਅਲਾਈਜੇਸ਼ਨ ਹੈ ਕਿ ਉਹਦਾ ਜਿਹੜਾ ਭਾਵ ਹੈ, ਉਹਦਾ ਜਿਹੜਾ ਅਨੁਭਵ ਹੈ ਉਹ ਨਹੀਂ ਬਣਦਾ, ਕਿਉਂਕਿ ਉਹ ਇੰਨਾ ਸੌਖਾ ਵੀ ਨਹੀਂ ਬਣਨਾ। ਕਿਉਂਕਿ ਪਤਾ ਨਹੀਂ ਕਿੰਨਿਆਂ ਜਨਮਾਂ ਤੋਂ ਅਸੀਂ ਇਸ ਤਰ੍ਹਾਂ ਇਹਨਾਂ ਸੰਸਕਾਰਾਂ ਦੇ ਨਾਲ ਰਹਿ ਰਹੇ ਹਾਂ। ਉਹਨਾਂ ਸੰਸਕਾਰਾਂ ਨੂੰ ਬਦਲ ਕੇ ਨਵੇਂ ਸੰਸਕਾਰਾਂ ਨੂੰ ਫਾਰਮ ਕਰਨਾ ਕੋਈ ਮਤਲਬ ਇੰਨਾ ਆਸਾਨ ਕੰਮ ਨਹੀਂ, ਇਹ ਬੜੀ ਸਲੋ ਹੁੰਦਾ ਹੈ। ਪਰ ਜਿੰਨਾ ਚਿਰ ਅਸੀਂ ਪ੍ਰੈਕਟਿਸ ਸ਼ੁਰੂ ਨਹੀਂ ਕਰਾਂਗੇ ਉਹਨਾਂ ਚਿਰ ਅਸੀਂ ਆਪਣਾ ਕਿਸ ਤਰ੍ਹਾਂ ਚੱਲਾਂਗੇ। ਇਹਦੀ ਤੇ ਪ੍ਰੈਕਟਿਸ ਜਿਉਂ ਤੁਸੀਂ ਸ਼ੁਰੂ ਕਰੋਗੇ ਤੇ ਤਿਉਂ ਇਹ ਅੰਦਰ ਸੀਪ ਹੋਣਾ ਸ਼ੁਰੂ ਹੋ ਜਾਂਦਾ ਹੈ। ਔਰ ਫਿਰ ਹੌਲੀ ਹੌਲੀ ਵੱਧਦਾ ਜਦੋਂ ਵਧਣ ਲੱਗਦਾ ਹੈ ਤੇ ਫਿਰ ਨਾ ਇੰਟਰਸਟ ਬੜਾ ਗਹਿਰਾ ਹੋ ਜਾਂਦਾ ਹੈ। ਜਿਉਂ ਅੰਦਰ ਧਾਰਨਾ ਹੁੰਦੀ ਜਾਂਦੀ ਹੈ ਤੇ ਅਵਸਥਾ ਬਦਲਦੀ ਜਾਂਦੀ ਹੈ। ਜਦੋਂ ਅਵਸਥਾ ਬਦਲਦੀ ਜਾਂਦੀ ਹੈ ਤੇ ਫਿਰ ਇੰਟਰਸਟ ਬੜਾ ਜ਼ਿਆਦਾ ਹੁੰਦਾ ਜਾਂਦਾ। ਸੋ ਅਸੀਂ ਦੇਖੀਏ ਕਿ ਗੁਰਬਾਣੀ ਜਿਹੜੀ ਸਾਰੀ ਹੈ ਉਹ ਸੱਚ ਦੀ ਵਿਆਖਿਆ ਸਾਨੂੰ ਹੌਲੀ ਹੌਲੀ ਕਰਕੇ ਇੱਥੇ ਪਹੁੰਚਾਉਂਦੀ ਹੈ, ਸੱਚਾਈਆਂ ਦੱਸ ਕੇ ਜੀਵਨ ਦੀਆਂ। ਕਿਉਂਕਿ ਭਾਵੇਂ ਸਾਨੂੰ ਜ਼ਾਰਾ ਪਤਾ ਹੀ ਹੁੰਦਾ ਹੈ, ਪਰ ਫਿਰ ਵੀ ਜਿੰਨਾ ਚਿਰ ਉਹਦੀ ਰੈਪੀਟੀਸ਼ਨ ਨਾ ਕੀਤੀ ਜਾਵੇ ਅਸੀਂ ਪੁਰਾਣੇ ਸੰਸਕਾਰਾਂ ਵਿੱਚੋਂ ਨਹੀਂ ਨਿਕਲਦੇ। ਹੁਣ ਅਸੀਂ ਬਾਣੀ ਪੜ੍ਹਨੇ ਆ, ਤੁਸੀਂ ਲੋਕਾਂ ਨੇ ਤੇ
ਬਹੁਤ ਬਾਣੀ ਮੈਨੂੰ ਤੇ ਓਨੀ ਨਹੀਂ ਬਾਣੀ ਆਉਂਦੀ ਜਿੰਨੀ ਤੁਸੀਂ ਬਾਣੀ ਜਿਹੜੀ ਹੈਗੀ ਉਹ ਪੜ੍ਹੀ ਹੋਈ ਹੈ। ਹੁਣ ਉਸ ਬਾਣੀ ਨੂੰ ਅਸੀਂ ਜੀਵਨ ਦੇ ਵਿੱਚ ਲਗਾਉਣਾ। ਹੁਣ ਡੋਲੀ ਜੀ ਅੱਜ ਕੱਲ੍ਹ ਕਰ ਰਹੇ ਨੇ ਸਵੈ ਪ੍ਰਸਾਦ ਸਵਈਏ, ਫਿਰ ਪਹਿਲਾਂ ਮੈਂ ਵੀਰ ਜੀ ਦੇ ਨਾਲ ਕਰ ਰਹੀ ਸੀ ਗੁਰੂ ਤੇਗ ਬਹਾਦਰ ਜੀ ਦੇ ਸ਼ਲੋਕ। ਹੁਣ ਮਤਲਬ ਹਰ ਬਾਣੀ ਵਿੱਚੋਂ ਸਾਨੂੰ ਕੀ ਸੁਨੇਹਾ ਕੀ ਮਿਲਦਾ ਹੈ, ਮੈਸੇਜ ਕੀ ਮਿਲਦਾ ਹੈ, ਉਹ ਮੈਸੇਜ ਜਿਹੜਾ ਉਹ ਸਾਡੇ ਤੇ ਅਸਰ ਕੀ ਕਰਦਾ, ਉਹ ਤਾਂ ਸਾਨੂੰ ਤਿਆਰ ਕਿਸ ਵਾਸਤੇ ਕਰ। ਹੁਣ ਜਿਹੜੇ ਸਵੈ ਪ੍ਰਸਾਦ ਸਵਈਏ ਨੇ ਮੇਰੇ ਹਿਸਾਬ ਨਾਲ ਉਹ ਕਹਿੰਦੇ ਨੇ ਜੇ ਜੋ ਵਿਚਾਰੇ ਆਰ ਜਾ ਹੋਰ ਦਸੋਣੀ ਹੋਏ ਨਵਾਂ ਖੰਡਾਂ ਵਿੱਚ ਜਾਣੀਆਂ, ਨਾਲ ਚਲੇ ਸਭ ਕੋਏ ਚੰਗਾ ਨਾਮ ਰਖਾਏ ਕੇ ਜਸ ਕੀਰਤ ਜਗਲੇ, ਜੇ ਤਿਸ ਨਜ਼ਰ ਨਾ ਆਵੇ ਤਾਂ ਬਾਤ ਨਾ ਪੁੱਛੇ ਕੇ ਕੀਟਾਂ ਅੰਦਰ ਕੀਟ ਕਰ ਦੋਸੀ ਦੋਸਤੇ। ਮਤਲਬ ਹੈ ਕਿ ਤੁਹਾਡੀ ਸੰਸਾਰ ਦੇ ਵਿੱਚ ਭਾਵੇਂ ਕਿੰਨੀ ਇੱਜ਼ਤ ਮਾਣ ਹੋਵੇ, ਤੁਹਾਡੇ ਕੋਲ ਕਿੰਨਾ ਪੈਸਾ ਹੋਵੇ, ਤੁਸੀਂ ਕਿੰਨੇ ਅਮੀਰ ਹੋਵੋ, ਲੇਕਿਨ ਜੇ ਤੁਸੀਂ ਉਹਦੇ ਨਾਲ ਨਹੀਂ ਜੁੜੇ ਹੋਏ ਤੇ ਤੁਸੀਂ, ਕਿਉਂਕਿ ਤੁਹਾਡੇ ਨਾਲ ਐਕਚੁਅਲੀ ਇਹ ਸੰਸਾਰ ਦੀਆਂ ਖੁਸ਼ੀਆਂ ਸਾਰਾ ਕੁਝ ਨਹੀਂ ਜਾਣਾ, ਤੁਹਾਡੇ ਨਾਲ ਕੀ ਜਾਣਾ, ਸਿਰਫ ਉਹਦਾ ਨਾਮ ਨਾਲ ਜਾਣਾ। ਸੋ ਜਿਹੜੇ ਗੁਰੂ ਤੇਗ ਬਹਾਦਰ ਜੀ ਉਹਨਾਂ ਤੇ ਵਿਰਾਗ ਬੜਾ ਉਹਨਾਂ ਦੇ ਬਾਣੀ ਦੇ ਵਿੱਚ। ਉਹ ਤੇ ਕਹਿੰਦੇ ਨਾ ਜੋ ਉਪਜਿਓ ਸੋ ਬਿਨਸ ਹੈ ਪਰਵਾਸ ਕੇ ਕਾਲ, ਨਾਨਕ ਹਰ ਗੁਣ ਖਾਏ ਲੈ ਛਾੜ ਸਕਲ ਜਿੰਦ। ਸੋ ਉਹਦੇ ਤੋਂ ਪਤਾ ਲੱਗਦਾ ਹੈ ਜੀਵਨ ਦੀ ਇੰਪਰਮਾਨੈਂਸ। ਜੀਵਨ ਜਿਹੜਾ ਹੈ ਉਹ ਕਿੰਨਾ ਮਤਲਬ ਇੰਪਰਮਾਨੈਂਟ ਕਿ ਜਿਹਦਾ ਕਿ ਕੋਈ ਪਤਾ ਨਹੀਂ ਕਿਸ ਵੇਲੇ ਖਤਮ ਹੋ ਜਾਏ। ਤਾਂ ਫਿਰ ਜਦੋਂ ਬਾਣੀ ਪੜ੍ਹੀ ਦੀ ਏ ਸੋਚੀਦਾ ਕਿ ਨਾਲ ਕੁਝ ਨਹੀਂ ਜਾਣਾ, ਫਿਰ ਇਹ ਵੀ ਪਤਾ ਹੈ ਕਿ ਜੀਵਨ ਜਿਹੜਾ ਹੈਗਾ ਉਹ ਬੜਾ ਇੰਪਰਮਾਨੈਂਟ ਹੈਗਾ, ਕਿਸੇ ਵੇਲੇ ਖਤਮ ਹੋ ਸਕਦਾ। ਫਿਰ ਅੰਦਰ ਇੱਕ ਸਵਾਲ ਉੱਠਦਾ ਹੈ ਕਿ ਫਿਰ ਕੀ ਕਰਨਾ। ਸਵਾਲ ਤੇ ਵੈਸੇ ਹਮੇਸ਼ਾ ਹੀ ਅੰਦਰ ਰਹਿੰਦਾ, ਪਰ ਉਹ ਇੰਟੈਂਸਿਟੀ ਨਹੀਂ ਪਕੜਦਾ, ਉਹ ਆਂਦਾ ਚਲਾ ਜਾਂਦਾ, ਆਂਦਾ ਚਲਾ ਜਾਂਦਾ। ਜਿੰਨਾ ਚਿਰ ਅਸੀਂ ਉਹਦੇ ਤੇ ਪੂਰਾ ਧਿਆਨ ਨਾ ਪਾਈਏ ਤੇ ਉਹਨੂੰ ਬਾਰ-ਬਾਰ ਡਿਫਰੈਂਟ ਤਰੀਕਿਆਂ ਦੇ ਨਾਲ ਯਾਦ ਨਾ ਕਰੀਏ, ਰਿਪੀਟ ਨਾ ਕਰੀਏ, ਤੇ ਉਹਨਾਂ ਚਿਰ ਸਾਡੇ ਅੰਦਰ ਉਹ ਬੈਠਦਾ ਨਹੀਂ। ਦੁਨੀਆ ਦੀਆਂ ਗੱਲਾਂ ਸਾਡੇ ਅੰਦਰ ਬੜੀ ਜਲਦੀ ਬੈਠ ਜਾਂਦੀਆਂ ਨੇ, ਸਾਨੂੰ ਸਮਝ ਵੀ ਆ ਜਾਂਦੀ ਹੈ, ਪਰ ਇਹ ਇੱਕ ਤੇ ਮਤਲਬ ਇਹ ਅਧਿਆਤਮ ਬਹੁਤ ਸੂਖਸ਼ਮ ਹੈ। ਦੂਸਰਾ, ਜੀਵਨ ਦੀਆਂ ਲੋੜਾਂ ਸਾਨੂੰ ਕੁਦਰਤੀ ਅੰਦਰ ਪੈਦਾ ਹੁੰਦੀਆਂ ਨੇ, ਡੇਲੀ ਲਾਈਫ ਉਸ ਤਰ੍ਹਾਂ ਚੱਲਦੀ, ਉਹਦੇ ਨਾਲ ਅਸੀਂ ਜੁੜੇ ਰਹਿੰਦੇ ਹਾਂ। ਪਰ ਗੁਰਬਾਣੀ ਤੋਂ ਬਿਨਾਂ, ਸਮਝਣ ਤੋਂ ਬਿਨਾਂ ਅਸੀਂ ਜੀ ਲੈਂਦੇ ਹਾਂ। ਉਹਦੇ ਵਾਸਤੇ ਜਿੰਨਾ ਚਿਰ ਉਹਦੀ ਕਿਰਪਾ ਨਹੀਂ ਹੁੰਦੀ, ਅੰਦਰ ਉਹ ਗੱਲ ਆਂਦੀ ਨਹੀਂ, ਤੇ ਅਸੀਂ ਸ਼ੁਰੂ ਨਹੀਂ ਕਰਦੇ, ਅੱਗੇ ਨਹੀਂ ਵਧਦੇ। ਜਦੋਂ ਉਹ ਬਾਣੀ ਪੜ੍ਹਦਿਆਂ ਉਹ ਭਾਵ ਇੰਨਾ ਗਹਿਰਾ ਹੋ ਜਾਂਦਾ ਹੈ ਕਿ ਇਹ ਜੀਵਨ ਜਿਹੜਾ ਹੈ ਇਹ ਬੜਾ ਖੋਖਲਾ, ਇਹ ਬੜਾ ਇੰਪਰਮਾਨੈਂਟ ਹੈ, ਐਂਡ ਨਾਲ ਸਾਡੇ ਕੀ ਜਾਣਾ। ਫਿਰ ਉਹ ਜਦੋਂ ਭਾਵ ਗਹਿਰਾ ਹੁੰਦਾ ਗਹਿਰਾ ਇੰਨਾ ਹੋ ਜਾਂਦਾ ਹੈ, ਫਿਰ ਮਨ ਕਰਦਾ ਕਿ ਹੁਣ ਅਸੀਂ ਇਹ ਸਮਝੀਏ, ਸਮਝ ਕੇ ਇਹਨੂੰ ਜੀਵਨ ਵਿੱਚ ਢਾਲੀਏ ਤੇ ਉਹ ਬਣ ਜਾਈਏ ਜੋ ਕਿ ਸਾਨੂੰ ਪਰਮਾਤਮਾ ਚਾਹੁੰਦਾ। ਸੋ ਕੀ ਚੀਜ਼ ਹੈ ਕਿ ਜਿਹੜੀ ਇਨਸਾਨ ਦੇ ਕੋਲ ਸਭ ਕੁਝ ਹੁੰਦਿਆਂ ਵੀ, ਘਰ ਬਾਰ ਦੌਲਤ ਸਭ ਕੁਝ ਹੈ, ਤੇ ਇਨਸਾਨ ਕਦੀ ਅੰਦਰੋਂ ਖੁਸ਼ ਨਹੀਂ ਹੁੰਦਾ। ਜੇ ਖੁਸ਼ ਹੋਵੇ ਵੀ ਟੈਂਪਰੇਰੀ ਖੁਸ਼ ਹੋ ਕੇ, ਅੰਦਰ ਉਹਦੇ ਇੱਕ ਉਦਾਸੀ, ਇੱਕ ਖੋਖਲਾਪਨ, ਜਿਸ ਤਰ੍ਹਾਂ ਕਿ ਕੁਛ ਕਮੀ ਹੈ, ਉਹਨੂੰ ਕਿਸ ਤਰ੍ਹਾਂ ਪੂਰਾ ਕੀਤਾ ਜਾਵੇ। ਤਾਂ ਉਹਦਾ ਜਵਾਬ ਹੈ ਕਿ ਕਿਉਂਕਿ ਅਸੀਂ ਉਹਦੇ ਤੋਂ ਵਿਛੜੇ ਹੋਏ ਹਾਂ, ਅਸੀਂ ਉਹਦੇ ਤੋਂ ਵਿਛੜੇ ਹੋਏ ਹਾਂ, ਔਰ ਉਹ ਸਾਡਾ ਜਿਹੜਾ ਹੈਗਾ ਬੀਜ ਉਹਦਾ ਸਾਡੇ ਅੰਦਰ ਹੈ, ਤੇ ਉਹ ਬੀਜ ਸਾਡੇ ਅੰਦਰ ਹੋਣ ਕਰਕੇ ਉਹ ਪ੍ਰਫੁੱਲਤ ਨਹੀਂ ਹੋ ਰਿਹਾ। ਇਸ ਕਰਕੇ ਸੰਸਾਰ ਵਿੱਚ ਸਭ ਕੁਝ ਹੁੰਦਿਆਂ ਵੀ ਸਾਨੂੰ ਖੁਸ਼ੀ ਨਹੀਂ ਮਿਲਦੀ। ਸੋ ਇੱਥੇ ਨਾ ਮੈਨੂੰ ਭਾਈ ਵੀਰ ਸਿੰਘ ਜੀ ਦੀ ਇੱਕ ਕਵਿਤਾ ਯਾਦ ਆਉਂਦੀ ਹੈ, ਬੜੀ ਐਪਰੋਪ੍ਰੀਏਟ ਹੈਗੀ ਹੈ।
ਭਾਈ ਵੀਰ ਸਿੰਘ ਜਿਹੜੀ ਸੰਤ ਕਵੀ ਕਹਿਲਾਏ ਨੇ, ਔਰ ਉਹਨਾਂ ਦੇ ਜਿਹੜੇ ਭਾਗ, ਕਿਉਂਕਿ ਉਹ ਸਿਰਫ ਉਹ ਲਿਖਾਰ ਹੀ ਨਹੀਂ ਸੀ, ਉਹਨਾਂ ਨੇ ਤੇ ਜੀਵਨ ਵਿੱਚ ਬ੍ਰਹਮ ਨੂੰ ਹੰਡਾਇਆ। ਸੋ ਉਹਨਾਂ ਦੀ ਕਵਿਤਾ ਹੈ ਵਿਛੋੜਾ ਵਸਲ, ਵਿਛੋੜਾ ਤੇ ਮਿਲਾਪ, ਕਿ ਮੈਂ ਪਰਮਾਤਮਾ ਨਾਲੋਂ ਵਿਛੜਿਆ ਹੋਇਆ ਹਾਂ। ਸੋ ਮੈਂ ਵਿਛੜਿਆ ਹੋਇਆ ਤੇ ਮੇਰੀ ਕੀ ਅਵਸਥਾ ਹੈ। ਇੱਥੇ ਉਹਨਾਂ ਨੇ ਕੋਲੇ ਦੀ ਮਿਸਾਲ ਦਿੱਤੀ ਹੈ। ਕੋਲਾ ਜਿਹੜਾ ਹੈ ਦੇਖਣ ਵਿੱਚ ਕਾਲਾ ਹੁੰਦਾ, ਲੇਕਿਨ ਜਦੋਂ ਉਹ ਅੱਗ ਦੇ ਕੰਟੈਕਟ ਵਿੱਚ ਆਂਦਾ ਹੈ ਤੇ ਗੋਲਡਨ ਹੋ ਜਾਂਦਾ ਹੈ। ਤਾਂ ਉਹ ਕਹਿੰਦੇ ਨੇ ਸਾਬਣ ਲਾਲਾ ਧੋਤਾ ਕੋਲਾ, ਦੁੱਧ ਦਹੀਂ ਵਿੱਚ ਪਾਇਆ, ਖੁੰਭ ਚਾਟ ਰੰਗਣ ਵੀ ਧਰਿਆ, ਰੰਗ ਨਾ ਇਸ ਵਟਾਇਆ। ਵਿਛੜ ਕੇ ਕਾਲਕ ਸੀ ਆਈ, ਬਿਨ ਮਿਲਿਆ ਨੇ ਲੈਂਦੀ, ਅੰਗ ਅੱਗ ਦੇ ਲਾ ਕੇ ਦੇਖੋ ਚੜਦਾ ਰੂਪ ਸਵਾਇਆ। ਕਿ ਉਹਦੀ ਜਿਹੜੀ ਅਸਲੀਅਤ ਹੈ ਉਹ ਅੱਗ ਵੇ, ਲੇਕਿਨ ਉਹ ਅੱਗ ਤੋਂ ਵਿਛੜ ਕੇ ਕੀ ਹੈ, ਕਾਲਾ ਹੋ ਗਿਆ। ਉਹ ਕਹਿੰਦੇ ਨਾ ਕਾਲੀ ਕੋਇਲ ਤੋਂ ਕਿਤਗੁਣ ਕਾਲੀ, ਆਪਣੇ ਪ੍ਰੀਤਮ ਕੇ ਹੋ ਬਿਰਹੇ ਜਾਲੀ। ਸਿਮਿਲਰਲੀ ਇਨਸਾਨ ਜਿਹੜਾ ਉਹਦੇ ਤੋਂ ਵਿਛੜ ਕੇ ਜਿੰਨਾ ਚਿਰ ਉਹ ਨਹੀਂ ਮਹਿਸੂਸ ਕਰਦਾ ਨਹੀਂਗਾ, ਜਦੋਂ ਉਹਨੂੰ ਪਤਾ ਲੱਗ ਜਾਂਦਾ ਕਿ ਮੈਂ ਸਭ ਕੁਝ ਹੁੰਦਿਆਂ ਵੀ ਖੁਸ਼ ਕਿਉਂ ਨਹੀਂ, ਫਿਰ ਉਹਨੂੰ ਪਤਾ ਲੱਗਦਾ ਕਿ ਪਰਮਾਤਮਾ ਤੋਂ ਮੈਂ ਵਿਛੜਿਆ ਹੋਇਆ ਹਾਂ ਔਰ ਮੈਂ ਉਹਦੇ ਨਾਲ ਜੁੜਨਾ ਕਿਵੇਂ। ਹੁਣ ਭਾਈ ਵੀਰ ਸਿੰਘ ਦੀ ਇੱਕ ਹੋਰ ਛੋਟੀ ਜਿਹੀ ਕਵਿਤਾ ਹੈਗੀ ਹੈ, ਐਂਡ ਉਹ ਬੜੀ ਐਪਰੋਪ੍ਰੀਏਟ ਇਸ ਕਰਕੇ ਮੈਂ ਕਰ ਰਹੀ ਹਾਂ। ਉਹ ਕਹਿੰਦੇ ਨੇ ਭੈਣ ਜੀ ਜੀ ਇਸ ਕਵਿਤਾ ਦਾ ਹੈਡਿੰਗ ਕੀ ਹੈਗਾ? ਵਿਛੋੜਾ ਵਸਲ, ਵਸਲ ਵਿਛੋੜਾ ਵਸਲ, ਵਸਲ ਮਤਲਬ ਮਿਲਾਪ, ਮਿਲਾਪ, ਮਿਲਾਪ। ਸੋ ਇੱਕ ਹੋਰ ਥਾਂ ਤੇ ਮਤਲਬ ਉਹਨਾਂ ਦੇ ਭਾਵ ਇੰਨੇ ਗਹਿਰੇ ਔਰ ਇੰਨੇ ਮਤਲਬ ਇਮੋਸ਼ਨਲ ਨੇ ਕਿ ਉਹਦੇ ਅੰਦਰ ਤੁਸੀਂ ਚਲ ਜਾਂਦੇ ਹੋ। ਕਹਿੰਦੇ ਨੇ ਅਰੂਪ ਦੇ ਦੀਦਾਰ ਦੀ ਤੜਪਣ ਤੋਂ ਬਣੀਆਂ ਅੱਖੀਆਂ, ਅਰੂਪ ਦੇ ਦੀਦਾਰ ਦੀ ਤੜਪਣ ਤੋਂ ਬਣੀਆਂ ਅੱਖੀਆਂ, ਪਰ ਰੂਪ ਦੇ ਕਰ ਸਾਹਮਣੇ ਰੁੱਖ ਬਾਹਰ ਦਾ ਦੇ ਰੱਖੀਆਂ। ਦੇਖਣ ਨਜ਼ਾਰੇ ਸੋਹਣੇ ਰੀਝਣ ਤੇ ਰਚ ਰਚ ਜਾਣ, ਪਰ ਮੁਕਦੀ ਮਿਟਦੀ ਨਾ ਤਾਂਗ ਅਰੂਪ ਦੀ, ਪਲ ਰੂਪ ਤੇ ਹਨ ਭੁੱਖੀਆਂ। ਹੁਣ ਉਹਨਾਂ ਨੂੰ ਤੇ ਹਰ ਚੀਜ਼ ਵਿੱਚ ਪਰਮਾਤਮਾ ਨਜ਼ਰ ਆਉਂਦਾ ਹੈ, ਔਰ ਜਿਸ ਚੀਜ਼ ਜਿੱਥੇ ਉਹਨਾਂ ਨੂੰ ਨਹੀਂ ਆਉਂਦਾ, ਉਹਨਾਂ ਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਕੁਛ, ਕਿਉਂਕਿ ਉਹਨਾਂ ਨੇ ਕਿਹਾ ਕਿ ਜਿਹੜੀਆਂ ਅੱਖੀਆਂ ਨੇ ਉਹਨਾਂ ਦਾ ਬਾਹਰ ਧਿਆਨ ਹੋਣ ਕਰਕੇ ਉਹ ਬਾਹਰ ਦੇ ਜਿਹੜੇ ਆਪਣਾ ਨਜ਼ਾਰੇ ਨੇ ਉਹਨਾਂ 'ਚ ਰੁੱਝ ਜਾਣੀਆਂ ਨੇ, ਪਰ ਅੰਦਰੋਂ ਜਿਹੜੀ ਤੜਪ ਹੈ, ਇਹ ਤੜਪ ਜਿਹੜੀ ਹੈਗੀ, ਕੋਈ ਤੜਪ ਅਸੀਂ ਪੈਦਾ ਕਰ ਰਹੇ ਹਾਂ ਆਪਣੇ ਅੰਦਰ, ਕਿ ਉਹ ਤੜਪ ਇੰਨੀ ਗਹਿਰੀ ਹੋ ਜਾਏ ਕਿ ਅਸੀਂ ਜਿਹੜਾ ਸਾਡਾ ਪਰਪਸ ਹੈਗਾ ਹੈ ਕਿ ਮੋਹੀ ਤੋਹੀ ਮੋਹੀ ਅੰਤਰ ਕੈਸਾ, ਕਿ ਮੈਂ ਤੇਰੇ ਵਿੱਚ ਹਾਂ ਤੂੰ ਮੇਰੇ ਵਿੱਚ ਹੈ, ਤੇ ਉਹ ਰੀਅਲਾਈਜੇਸ਼ਨ ਜਦੋਂ ਸ਼ੁਰੂ ਹੋ ਜਾਂਦੀ ਹੈ ਤੇ ਜੀਵਨ ਬਦਲ ਜਾਂਦਾ ਹੈ। ਸੋ ਹੁਣ ਅਸੀਂ ਕੁਛ ਤੁਕਾਂ ਲੈ ਕੇ, ਇਹਦੇ ਵਿੱਚ ਕਬੀਰ ਜੀ ਦੇ ਜਿਹੜੀਆਂ ਤੁਕਾਂ ਨੇ ਉਹ ਵੀ ਬੜੀਆਂ ਮੀਨਿੰਗਫੁਲ ਹੈਗੀਆਂ ਨੇ। ਸੋ ਅਸੀਂ ਉਹ ਤੁਕਾਂ ਲੈ ਰਹੇ ਹਾਂ ਜਿਹਦਾ ਸਾਡੇ ਤੇ ਅਸਰ ਇਸ ਤਰ੍ਹਾਂ ਦਾ ਹੋਵੇ ਕਿ ਸਾਨੂੰ ਪਤਾ ਲੱਗੇ ਕਿ ਸਾਨੂੰ ਵੀ ਇਹਦੀ ਜ਼ਰੂਰਤ ਹੈਗੀ ਹੈ, ਕਿ ਇਹਦੇ ਵਿੱਚ ਸਾਰੀ ਇਹ ਸੱਚਾਈ ਹੈ। ਪਰ ਕਿਉਂਕਿ ਮਨ ਜਿਹੜਾ ਉਹ ਅਜੇ ਪੁਰਾਣੇ ਸੰਸਕਾਰਾਂ ਕਰਕੇ ਤਿਆਰ ਨਹੀਂ ਹੋਇਆ, ਤੇ ਮਨ ਹੌਲੀ ਹੌਲੀ ਤਿਆਰ ਹੋ ਰਿਹਾ ਹੈ ਔਰ ਅਸੀਂ ਉਧਰ ਚੱਲ ਰਹੇ ਹਾਂ। ਸੋ ਕਬੀਰ ਜੀ ਨੇ ਮਤਲਬ ਬੜਾ ਅੱਛਾ ਕਿਹਾ ਹੈ, ਲੋਕ ਜਾਣੇ ਇਹ ਗੀਤ ਹੈ, ਇਹ ਤੋਂ ਬ੍ਰਹਮ ਵਿਚਾਰ। ਸੋ ਹੁਣ ਜਦੋਂ ਅਸੀਂ ਬ੍ਰਹਮ ਕਹਾਂਗੇ, ਬ੍ਰਹਮ ਦੀ ਵਿਚਾਰ ਹੀ ਹੈ, ਤੇ ਫਿਰ ਨੈਚੁਰਲੀ ਅਸੀਂ ਕਹਾਂਗੇ ਅਸੀਂ ਬ੍ਰਹਮ ਨਾਲ ਜੁੜਨਾ। ਸਾਡਾ ਬ੍ਰਹਮ ਨਾਲ ਰਿਸ਼ਤਾ ਕੀ ਹੈ, ਐਂਡ ਬ੍ਰਹਮ ਨੂੰ ਅਸੀਂ ਆਪਣੇ ਨਾਲ ਜੋੜਨਾ ਕਿਵੇਂ, ਔਰ ਬ੍ਰਹਮ ਨਾਲ ਅਸੀਂ ਕਿਵੇਂ ਜੁੜਨਾ ਹੈ। ਔਰ ਬ੍ਰਹਮ ਦੇ ਵਿੱਚੋਂ ਅਸੀਂ ਪੈਦਾ ਹੋਇਆ, ਇਸੇ ਕਰਕੇ ਸਾਡੀ ਤੜਪਣ ਹੈਗੀ ਹੈ ਕਿ ਉਹ ਅਸਲੀਅਤ ਅਸੀਂ ਢੂੰਡ ਰਹੇ ਹਾਂ, ਔਰ ਅਸਲੀਅਤ ਜਿਹੜੀ ਹੈਗੀ ਹੈ ਉੱਥੋਂ ਤੱਕ ਕਿਉਂਕਿ ਅਸੀਂ ਪਹੁੰਚ ਨਹੀਂ ਰਹੇ, ਇਸ ਕਰਕੇ ਸਾਡੇ ਅੰਦਰ ਤੜਪਣ। ਸੋ ਉਹ ਕਹਿੰਦੇ ਕਬੀਰ ਜੀ ਨੇ ਤੇ ਮਤਲਬ ਉਹਨਾਂ ਨੇ, ਖੈਰ ਕਬੀਰ ਜੀ ਬੜੇ, ਮੈਂ ਦੇਖਿਆ
ਉਹਨਾਂ ਨੇ ਬੜੀ ਗਹਿਰੀ ਗੁਰਬਾਣੀ ਲਿਖੀ ਹੈ ਔਰ ਬੜੀ ਇਰੈਲੇਵੈਂਟ ਹੈ ਲਾਈਫ। जब हम होते तब तुम नाए, अब तुम ही हम नाए। दिस इज आवर टॉपिक। ये साडा टॉपिक है। तुसी इहदे ते बेशक निशाने लगा लो। जब हम होते तब तुम नाए, अब तुम ही हम नाए। असी इत्थे पहुंचना कि वो अंदर भी उन्होंने रियलाइज करना है, बाहर भी, ब्रह्मांड विच भी, अपने अंदर भी। सो जिन्ना चिर साडा निशाना एग्जैक्टली जेड़ा तीर है वो निशाने ते नहीं वजे ते ओदा असर नहीं होता। जिस तरह अर्जन नूं ओदे गुरु ने पूछया सी, सारे चेलियां नूं पूछया बई दसो तुहानूं दरखत ते की नजर आंदा हैगा, ते किसी ने कहा दरखत, किसी ने पत्ते, किसी ने कहा टहनी। अर्जन ने कहा मैनूं ते सिर्फ जेड़ा बर्ड है ओदी अख ही नजर आंदी। सो जिन्ना चिर साडा ध्यान जेड़ा है वो एग्जैक्टली उस भाव ते ना जाए, एग्जैक्टली उन्हां तुकां ते ना जाए जिन्ना ने सानू ट्रांसफॉर्म करना, जिन्ना ने सानू जब तुम होते उत्थे जाना कि हुण मैं नहीं तू ही है। साडी सारी प्रैक्टिस ये वे कि मैं नहीं तू ही है। सो एदा एक ते ज्ञान है, मतलब ये सोचना कि हाँ तू ही है मैं, एक वे ये ज्ञान बार बार फिर भुल जाता। इस ज्ञान नू धारण करना कि क्योंकि ये असी जदों असी इहदे अगे कर चुके कि हुआ माई मैं कौन हाँ, उन्होंने बार बार उन्होंने मेरे हाले रिपीट करने की लोड़ नहीं। सो हुण असी कुछ तुक्कां लै लेने गुरबाणी दियां, उन्हां दी थोड़ी व्याख्या करनी आ, वो इहनूं खोलणगे। बट एक चीज जरूर है कि जी मेरी रिक्वेस्ट है कि जेड़ा टॉपिक असी करिए इहदी रैपीटेशन तुसी बार बार घर भी करनी, क्योंकि जिन्ना तुसी ये टॉपिक इस तरह का नहीं कि असी हुण सुनिया भुल जाइए। फिर ये टॉपिक है कि जेड़ा कि सानू हर वेले याद रहना चाहिए। हर वेले तो नहीं, मतलब याद करते रहिए बई जदों मैं भुल जाइए फिर कहिए पे हुण फर्ज करो चलो सब तो जेड़ा ना इहदा जेड़ा सौखा तरीका होवे कि हुण मैं श्वास लै रहा, ठीक है, हुण मैं श्वास लै रहा, जे श्वास ना आवे ते खत्म। कौन है जेड़ा श्वास दे रहा, मतलब यह सब तो सौखी चीज है, क्योंकि श्वास ही है जेड़ा कि आंदा जांदा हुण मैं कभी नेगलैक्ट कर नहीं सकता। सो पहली चीज असीं श्वास नाल ही जुड़े जी कि श्वास दे कौन रहा, जे वो ना होवे ते श्वास आ ही नहीं सकता। सो इहदा मतलब वो ही है ते मैं जिन्हों मैं समझना वा वो नहीं, वो ही है। सो हौली हौली बहुत सारे तरीकों नाल करदियां करदियां सीप करदियां असर करदियां फर्क पै जांदा है। सो जिन्ना चिर असीं बिल्कुल एग्जैक्ट निशाने ते साडा ध्यान नहीं होएगा। उस दिन मैं एक छोटी जी बड़ी इंटरेस्टिंग कहानी सुनाई सी कि कोई आदमी सी तो अपने गुरु को गया, उन्हें कहा कि मेरे विचार नहीं खत्म होंदे, तुसीं दसो मैं की करा। तो उन्हें कहा बई तू दस तू सब तो ज्यादा प्यार किनू करना? कहंदा मैं सब तो ज्यादा प्यार अपनी मझ नू करना। तो कहंदा ठीक है, फिर तू बैठ जा, ध्यान विच बैठ जा ते मझ दा ध्यान कर। सो उन्हें मझ दा ध्यान किया और वो कई दिन बैठा रहे अंदर, खाना भी अंदर ही खा लै और अंदरों निकले ना। सो उहदे घरदियां ने कहा भी तू बाहर निकल। कहंदा मैं बाहर किवें निकला, मैं ते मझ बन गया ते मेरे सिंह इन्ने वड्डे हो गए ने कि मैं ते दरवाजे विचों निकल नहीं सकता। फिर वो गुरु कोल गए, गुरु आया, गुरु ने कहा कि हाँ की गल तू बाहर क्यों नहीं आंदा? कहंदा मेरे ते सिंह इन्ने वड्डे हो गए ने। सो मेरा कहण दा मतलब ये हैगा है असीं जिस चीज ते ध्यान पाइए असीं हो जाए। जे असीं दुनियादारी वल ध्यान पावांगे ते असीं बड़े कामयाब दुनियादार हो जावांगे। जे असीं परमात्मा वल ध्यान पावांगे, जे कि मतलब किस तरह उन्हें सारी रचना किवें रचाई, क्यों रचाई, सानू ये शरीर क्यों दिता, इहदा मतलब की है, अखीर साडा अंत की है, असीं करन की आए हां, किवें करना है, ये सारा कुछ जिन्ना जे साडे मन दे विच बाणी सारी असीं यही पढ़ने हैगे। सो ओनू फिर थोड़ा जिहा असीं अपना विजुअलाइजेशन करनी है, इमेजिनेशन में लियाना है। जो असीं पढ़ने उन्होंने इमेजिनेशन लियाना है, उन्होंने ये करके नहीं छड्ड देना कि ये बाणी असीं सुनी है और बस ठीक है। वो बाणी जिहड़ी है किन्नी कु साडे जीवन हो जाए। हुण असीं थोड़ा जिहा
ਹੋਰ ਤੁਕਾਂ ਜਿਹੜੀਆਂ ਨੇ ਇਹਨੂੰ ਮਤਲਬ ਇਹ ਕਲੀਅਰ ਕਰਦੀਆਂ ਨੇ ਕਿ ਪਰਮਾਤਮਾ ਜਿਹੜਾ ਉਹਦੇ ਤੋਂ ਬਿਨਾਂ ਕੁਛ ਹੈ ਹੀ ਨਹੀਂ। ਸਾਰੀ ਉਹਦੀ ਜਿਹੜੀ ਹੈਗੀ ਹੈ ਪ੍ਰੈਜ਼ੈਂਸ, ਉਹਦੇ ਵਿੱਚ ਸਭ ਕੁਝ ਹੋ ਰਿਹਾ ਹੈ ਔਰ ਉਹਦੇ ਤੋਂ ਬਿਨਾਂ ਕੁਛ ਹੋ ਸਕਦਾ ਹੀ। ਸੋ ਦੇਖੋ ਇੱਥੇ ਵੀ ਕਬੀਰ ਦਾ ਹੀ ਬਲੇ ਆਵਾਜ਼ ਹੈ, ਏਕ ਅਨੇਕ ਵਿਆਪਕ ਪੂਰਕ ਜਤ ਦੇਖਾਂ ਤਤ ਤੂੰ, ਸਭ ਗੋਬਿੰਦ ਹੈ ਸਭ ਗੋਬਿੰਦ ਹੈ ਗੋਬਿੰਦ ਬਿਨ ਨਹੀਂ। So this is a line which has to be concentrated mostly, ਕਿ ਸਭ ਗੋਬਿੰਦ ਹੈ ਸਭ ਗੋਬਿੰਦ ਹੈ। ਮੇਰੇ ਜਿਹਨੂੰ ਅਸੀਂ ਕਹਿੰਦੇ ਹਾਂ ਜੋ ਬ੍ਰਹਮੰਡੇ ਸੋਈ ਪਿੰਡੇ, ਕਿ ਜੋ ਬਾਹਰ ਹੈ ਉਹੀ ਅੰਦਰ ਹੈ, ਮੇਰੇ ਅੰਦਰ ਹੀ ਉਹ ਬੈਠਾ ਹੈ, ਬਾਹਰ ਵੀ ਉਹ। ਸੋ ਹੁਣ ਜੋ ਬ੍ਰਹਮੰਡੇ ਸੋਈ ਪਿੰਡੇ ਮਤਲਬ ਉਹ ਸਤਿਗੁਣ ਰੂਪ ਜਿਹੜਾ ਸਾਰਾ ਬ੍ਰਹਮਾਂਡ ਹੈ ਉਹਦਾ ਸਰੀਰ ਹੈ। ਸਿਮਿਲਰਲੀ ਮੇਰਾ ਸਰੀਰ ਹੈ। ਹੁਣ ਉਸ ਦੇ ਵਿੱਚ ਆਪਣੀ ਕੁਦਰਤ ਦੇ ਵਿੱਚ ਉਹ ਬੈਠਾ ਹੋਇਆ, ਬ੍ਰਹਮਾਂਡ ਦੇ ਵਿੱਚ ਆਪਣੀ ਕੁਦਰਤ 'ਚ ਬੈਠਾ, ਜਿਹਨੂੰ ਅਸੀਂ ਕਹਿੰਦੇ ਆਪੀ ਨੇ ਆਪ ਸਾਜਿਓ ਆਪੀ ਨੇ ਰਚਿਓ ਨਾ ਦੂਈ ਕੁਦਰਤ ਸਾਜੀਏ ਕਰ ਆਸਣ ਡਿਠੋ। ਪਹਿਲੇ ਕੁਦਰਤ ਨੂੰ ਸਾਜ ਕੇ, ਕ੍ਰੀਏਸ਼ਨ ਨੂੰ ਸਾਜ ਕੇ ਉਹ ਉਹਦੇ ਅੰਦਰ ਬੈਠ ਗਿਆ। ਸੋ ਉਹ ਤੁਹਾਨੂੰ ਸਾਜ ਕੇ ਤੁਹਾਡੇ ਅੰਦਰ ਬੈਠ ਗਿਆ ਔਰ ਤੁਹਾਡੇ ਅੰਦਰ ਬੈਠ ਕੇ ਉਹ ਸਭ ਕੁਝ ਕਰ ਰਿਹਾ। ਲੇਕਿਨ ਕਿਉਂਕਿ ਸਾਨੂੰ ਜਿਹੜੀ ਆਪਣਾ ਸਰੀਰ ਕਿਉਂਕਿ ਦਿਸਦਾ, ਪ੍ਰਭ ਜੀ ਸੂਖਮ ਵਾਕਿਤ ਵਿੱਚ ਮਿਲਿਆ ਜਾਏ, ਕਿਉਂਕਿ ਉਹ ਸੂਖਮ ਹੈ। ਰੂਪ ਨਾ ਰੇਖ ਨਾ ਰੰਗ ਕੁਛ ਤਰ੍ਹਾਂ ਗੁਣ ਤੇ ਪ੍ਰਭ ਭਿੰਨ, ਮਤਲਬ ਉਹਦੇ ਰੂਪ ਰੰਗ ਕੁਛ ਨਾ ਹੋਣ ਕਰਕੇ ਸਾਨੂੰ ਜਲਦੀ ਸਮਝ ਨਹੀਂ ਆਉਂਦੀ, ਅਸੀਂ ਜਲਦੀ ਉਹਦੇ ਨਾਲ ਨਹੀਂ ਜੁੜਦੇ। ਲੇਕਿਨ ਜਦੋਂ ਅਸੀਂ ਇਹ ਵਿਜ਼ੂਅਲਾਈਜ਼ ਬਾਰ-ਬਾਰ ਕਰਾਂਗੇ, ਇਮੇਜਿਨ ਕਰਾਂਗੇ ਕਿ ਸਾਰਾ ਉਹੀ ਹੈ। ਹੁਣ ਮੈਂ ਜਿੱਥੇ ਬੈਠਾ ਉੱਥੇ ਵੀ ਉਹੀ ਹੈ, ਜੇ ਮੈਂ ਬੋਲ ਰਿਹਾ ਜਾਂ ਸੁਣ ਰਿਹਾ ਤਾਂ ਵੀ ਉਹੀ ਹੈ, ਜੇ ਸੁਣਾਉਣ ਵਾਲਾ ਵੀ ਉਹੀ ਹੈ। ਸੋ ਉਹਦੇ ਤੋਂ ਬਿਨਾਂ ਤਾਂ ਕੁਝ ਹੋ ਹੀ ਨਹੀਂ ਸਕਦਾ ਹੈਗਾ। ਸੋ ਇਹਨੂੰ ਅਸੀਂ ਬਾਰ-ਬਾਰ ਗੁਰਬਾਣੀ ਦੇ ਨਾਲ ਜਦੋਂ ਵੀ ਇਹ ਤੁਕਾਂ ਇਹੋ ਜਿਹੀਆਂ ਆਉਣ ਤੇ ਅਸੀਂ ਉਹਦੇ ਤੇ ਟਿਕ ਕੇ ਉਹਨੂੰ ਕਨਸੈਂਟਰੇਟ ਕਰੀਏ। ਸੋ ਤੁਸੀਂ ਦੇਖੋ ਕਿ ਜਦੋਂ ਗੁਰੂ ਗੋਬਿੰਦ ਸਿੰਘ ਜੀ ਲਿਖਵਾ ਰਿਹਾ ਸੀ ਭਾਈ ਨੰਦ ਲਾਲ ਜੀ ਨੂੰ, ਤੇ ਲਿਖਵਾਉਂਦਿਆਂ ਐਂਡ ਤੇ ਆ ਕੇ ਬਸ ਤੂੰ ਹੀ 1600 ਵਾਰੀ ਉਹਨਾਂ ਨੇ ਤੂੰ ਹੀ ਕਿਹਾ। ਕਿਉਂ? ਕਿਉਂਕਿ ਉਹਨਾਂ ਨੂੰ ਉਹੀ ਨਜ਼ਰ ਆ ਰਿਹਾ, ਉਹਨਾਂ ਨੂੰ ਦਿਸ ਰਿਹਾ ਕੇਵਲ ਉਹੀ ਹੈ। ਕਿਉਂਕਿ ਇਹ ਤੇ ਸਰੀਰ ਹੈ, ਜਿਹੜਾ ਕਰਵਾ ਰਿਹਾ ਸਭ ਕੁਝ ਕਰ ਰਿਹਾ ਜਿਹੜਾ ਹੈ ਉਹ ਤੇ ਉਹੀ ਹੈ। ਸੋ ਉਹਨਾਂ ਨੂੰ ਉਹ ਸਾਫ਼ ਉਹ ਨਜ਼ਰ ਆ ਰਿਹਾ ਹੈ, ਉਹਨਾਂ ਨੂੰ ਭਾਵ ਹੈ, ਉਹਨਾਂ ਨੂੰ ਅਨੁਭਵ ਹੈ ਕਿ ਉਹੀ ਹੈ। ਸੋ ਇਹਨਾਂ ਤੁਕਾਂ ਨੂੰ ਫਿਰ ਸੋਚੀਏ ਅਸੀਂ, ਤੇ ਫਿਰ ਅਸੀਂ ਸੋਚਨੇ ਆ ਕਿ ਜੇ ਗੁਰੂ ਗੋਬਿੰਦ ਸਿੰਘ ਜਿਹੜੇ ਇੰਨੇ ਉੱਚੇ ਸੀ, ਉਹਨਾਂ ਨੂੰ ਇਹ ਭਾਵ ਸੀ ਕਿ ਉਹੀ ਤੂੰ ਹੀ ਹੈ, ਮੈਂ ਨਹੀਂ, ਤੇ ਅਸੀਂ ਕਿਉਂ ਨਹੀਂ ਸੋਚਦੇ ਕਿ ਤੂੰ ਹੀ ਹੈ ਮੈਂ ਨਹੀਂ। ਸੋ ਸਾਰਾ ਜਿਹੜਾ ਹੈਗਾ ਵੇ ਝੰਜਟ ਉਹ ਮੈਂ ਦਾ। ਜਦੋਂ ਮੈਂ ਤੋਂ ਤੂੰ ਵਿੱਚ ਪਹੁੰਚ ਗਿਆ ਤੇ ਤੁਸੀਂ ਸਮਝੋ ਕਿ ਤੁਸੀਂ ਜਿਸ ਵਾਸਤੇ ਆਏ ਹੋ ਉਹ ਪਰਪਸ ਜਿਹੜਾ ਹੈਗਾ ਉਹ ਹੱਲ ਹੋ ਗਿਆ। तो फिर उन्होंने क्या गुरु गोबिंद सिंह जी ने कहा अच्छा 1600 वार हो गया। उन्होंने कहा गिन किन्नी बार? उन्होंने कहा 1600। उन्होंने कहा अच्छा ठीक है 16 वार रहन दे ते बाकी दा जेड़ा हैगा। हुण गुरु गोबिंद सिंह कहंदे ने मैं ना कहो सब तो बखान। ये सारियां तुकां उस चीज नूं असर्ट करदियां ने कि ਉਹ ਹੀ ਤੁਹਾਡੇ ਅੰਦਰ ਬੈਠਾ ਸਭ ਕੁਝ ਕਰ ਰਿਹਾ ਹੈ ਔਰ ਉਸ ਭਾਵ ਨੂੰ ਇੰਨਾ ਸਟਰੋਂਗ ਕੀਤਾ ਜਾਵੇ ਕਿ ਉਹ ਸਾਡੇ ਅਨੁਭਵ ਵਿੱਚ ਸਾਰਾ ਵਕਤ ਰਹਿਣਾ ਸ਼ੁਰੂ ਹੋ ਜਾਏ। ਲੇਕਿਨ ਇੱਕ ਚੀਜ਼ ਮੈਂ ਜ਼ਰੂਰ ਕਹਾਂਗੀ, ਕਿਉਂਕਿ ਇਹ ਸਾਡਾ ਜਿਹੜਾ ਏਮ ਹੈ ਇਹ ਬਹੁਤ ਉੱਚਾ ਏਮ ਹੈ ਔਰ ਗੁਰਬਾਣੀ ਸਾਰੀ ਜਿਹੜੀ ਹੈ ਉਹ ਸਾਨੂੰ ਇਹਦੇ ਵਾਸਤੇ ਪ੍ਰੇਰਨਾ ਦਿੰਦੀ ਹੈ। ਇਹਦੇ ਵਾਸਤੇ ਅਸੀਂ ਚੱਲਣਾ ਬੜੇ ਸਬਰ ਨਾਲ, ਬੜੇ ਪੇਸ਼ੈਂਸ ਨਾਲ ਹੈ, ਜਲਦਬਾਜ਼ੀ ਨਹੀਂ ਕਰਨੀ ਔਰ ਇਹ ਵੀ ਨਹੀਂ ਸੋਚਣਾ ਕਿ ਇਹ ਤੇ ਹੋ ਹੀ ਨਹੀਂ ਰਿਹਾ। ਬਸ ਅਸੀਂ ਆਪਣੀ ਡਿਊਟੀ ਕੀ ਕਰਨੀ ਹੈ, we have to play our role well, ਬਸ that's all। ਕਿ ਸਾਡਾ ਰੋਲ ਕੀ ਹੈ, ਚੱਲਦੇ ਜਾਣਾ। ਜਿਵੇਂ ਭਾਈ ਵੀਰ ਸਿੰਘ ਨੇ ਕਿਹਾ ਹੈ ਨਾ, ਕੋਈ ਲਗਨ ਲੱਗੀ ਲੈ ਜਾਂਦੀ ਹੈ ਟੋਰ ਆਨੰਦ ਤੋਂ ਆਨੰਦੀ, ਫਸਲੋਂ ਉਰੇ ਮਕਾਮ ਨਾ ਕੋਈ ਉਹ ਚਾਰ ਪੈ ਨਿਤਰ। ਸੋ ਸਾਡਾ ਤੇ ਕੰਮ ਹੈ ਦਰਿਆ ਵਾਂਗੂ ਚੱਲਦੇ ਜਾਣਾ, ਅਖੀਰ ਤੇ ਸਮੁੰਦਰ ਤੱਕ ਪਹੁੰਚ ਹੀ ਜਾਂਦਾ, ਸਾਰੀਆਂ ਰੁਕਾਵਟਾਂ ਨੂੰ ਪਾਰ ਕਰਦਾ ਸੁਰਿੰਦਰ। ਸਿਮਿਲਰਲੀ ਰੁਕਾਵਟਾਂ ਰਸਤੇ 'ਚ ਬੜੀਆਂ ਆਉਣਗੀਆਂ, ਪੁਰਾਣੇ ਸੰਸਕਾਰਾਂ ਦੀਆਂ, ਜੀਵਨ ਦੀਆਂ,
ਲੋੜਾਂ ਦੀਆਂ, ਜੀਵਨ ਦੀਆਂ ਬਿਮਾਰੀਆਂ, ਦੁੱਖ, ਤਕਲੀਫ ਸਭ ਕੁਝ ਆਏਗਾ। ਇਹ ਸਾਰੀਆਂ ਰੁਕਾਵਟਾਂ ਨੇ। ਇਹਨਾਂ ਸਾਰੀਆਂ ਰੁਕਾਵਟਾਂ ਨੂੰ ਪਾਰ ਕਰਦਿਆਂ ਹੋਇਆਂ ਅਸੀਂ ਜਿਸ ਤਰ੍ਹਾਂ ਨਦੀ ਸਮੁੰਦਰ ਤੱਕ ਪਹੁੰਚਦੇ, ਅਸੀਂ ਉਹਦੇ ਤੱਕ ਪਹੁੰਚਣਾ ਹੈ ਕਿ ਰੁਕਾਵਟਾਂ ਬਹੁਤ ਆਉਣੀਆਂ, ਪਰ ਘਬਰਾਉਣਾ ਨਹੀਂ। ਇਹ ਵੀ ਸੋਚਣਾ ਹੈ ਕਿ ਰੁਕਾਵਟਾਂ ਇਸ ਰਸਤੇ ਦੀਆਂ, ਕਿਉਂਕਿ ਜਿੰਨਾ ਦੇਖੋ, ਜਿੰਨਾ ਤੁਸੀਂ ਗਹਿਰਾਈ ਹੋਵੇ ਓਨਾ ਮੁਸ਼ਕਿਲ ਹੁੰਦਾ ਹੈਗਾ ਵੇ, ਜਿੰਨਾ ਪਹਾੜ ਉੱਚਾ ਹੋਵੇ ਓਨਾ ਸਫ਼ਰ ਜਿਹੜਾ ਉਹ ਮੁਸ਼ਕਿਲ ਹੁੰਦਾ। ਹੁਣ ਦੇਖੋ ਜਿਹੜਾ ਸਮੁੰਦਰ ਹੈ, ਸਿੱਪੀਆਂ ਤੇ ਸੰਖ ਤੇ ਉਹਦੇ ਬਾਹਰ ਹੀ ਹੁੰਦੇ ਨੇ, ਲੇਕਿਨ ਰਤਨ ਜਵਾਹਰ ਤੇ ਜਿਹੜੇ ਨੇ ਉਹਦੇ ਆਪਣਾ ਡੈਪਥ ਵਿੱਚ ਹੁੰਦੇ ਨੇ। ਤਾਂ ਉਹਦੇ ਵਾਸਤੇ ਤੇ ਜਿਹੜਾ ਇੰਨੀ ਗਹਿਰੀ ਟੁੱਬੀ ਲਾਏਗਾ ਉਹ ਹੀ ਲੈਗਾ ਨਾ। ਤੇ ਜੇ ਤੁਸੀਂ ਕਿਨਾਰੇ ਤੇ ਹੀ ਰਵਾਂਗੇ ਅਸੀਂ, ਤੇ ਅਸੀਂ ਸਿੱਪੀਆਂ ਸੰਖ ਹੀ ਉੱਥੇ ਹੋਣਗੇ। ਸੋ ਗਹਿਰਾਈ ਵਿੱਚ ਜਾਣ ਵਾਸਤੇ ਸਾਨੂੰ ਕੀ ਹੈ, ਬਾਰ-ਬਾਰ ਰੈਪੀਟੀਸ਼ਨ ਔਰ ਨਿਸ਼ਾਨਾ ਉਹਦੇ ਤੇ ਬਾਰ-ਬਾਰ ਰੱਖਣਾ। ਔਰ ਹੈ ਬੜਾ ਸੌਖਾ, ਕਿਉਂਕਿ ਜਦੋਂ ਵੀ ਉਸ ਕੁਝ ਕਰ ਰਹੇ ਹਾਂ ਅਸੀਂ ਕਹੀਏ ਮੈਂ ਨਹੀਂ ਕਰ ਰਿਹਾ, ਉਹੀ ਕਰ ਰਿਹਾ। ਸ਼ੁਰੂ ਚ ਨੇ ਬੜੀ ਥਿਊਰੀ ਲੱਗੇ, ਇਹ ਥਿਊਰੀ ਹੈ ਮੈਂ ਕਹਿ ਰਿਹਾ, ਪਰ ਹੌਲੀ ਹੌਲੀ ਕਰਦਿਆਂ ਕਰਦਿਆਂ ਇੱਕ ਦਿਨ ਇਸ ਤਰ੍ਹਾਂ ਲੱਗੇਗਾ ਕਿ ਇਹ ਤੇ ਹੋ ਹੀ ਗਿਆ ਹੈ। ਕਹਿੰਦੇ ਨੇ ਕੋਈ ਆਦਮੀ ਸੀ ਤੇ ਉਹਨੂੰ ਇਸ ਤਰ੍ਹਾਂ ਬਿਲਕੁਲ ਰਿਅਲਾਈਜ਼ੇਸ਼ਨ ਨਹੀਂ ਸੀ ਹੋ ਰਹੀ। ਉਹਨੇ ਕਿਹਾ ਕੋਈ ਰੱਬ ਰੁਬ ਹੈ ਨਹੀਂ। ਉਹਨੇ ਆਪਣੇ ਦਰਵਾਜ਼ੇ ਤੇ ਅੱਗੇ ਲਿਖ ਕੇ ਲਗਾ ਦਿੱਤਾ, ਗॉड इज नोवेयर। ਬਾਹਰੋਂ ਬੱਚਾ ਆਇਆ ਛੋਟਾ ਜਿਹਾ, ਉਹ ਪੜ੍ਹਦਾ ਗॉड इज नो हेयर। ਸਪੈਲਿੰਗ ਦੋਨਾਂ ਦੇ ਇੱਕ ਹੀ ਨੇ। गॉड इज नोवेयर, गॉड इज नो हेयर, ਸਪੈਲਿੰਗ ਦੋਨਾਂ ਦੇ ਇੱਕ ਹੀ। ਉਸ ਬੰਦੇ ਨੇ ਸੁਣਿਆ ਕਿ ਬੱਚਾ ਕੀ ਕਹਿ ਰਿਹਾ, ਗॉड इज नो हेयर। ਇਸ ਸੈਂਟੈਂਸ ਉਹਦੇ ਅੰਦਰ ਇੰਨਾ ਘਰ ਕਰ ਗਿਆ ਕਿ ਉਹਨੇ ਕਿਹਾ ਕਿ ਸੱਚਮੁੱਚ ਇਹਦੇ ਚ ਕੋਈ ਸੱਚਾਈ ਤੇ ਨਹੀਂ ਹੈਗੀ। ਉਹਨੇ ਉਸ ਪਾਸੇ ਫਿਰ ਢੂੰਡਣਾ ਸ਼ੁਰੂ ਕੀਤਾ, ਕਿਉਂਕਿ ਜਦੋਂ ਤੁਹਾਡੇ ਵੇਰ ਦੇਰੇ ਦੇ ਵਿਲ ਦੇਰੇ ਦੇ ਵਿੱਚ, ਜਦੋਂ ਤੁਹਾਡੇ ਅੰਦਰ ਇੰਟੈਂਸਿਟੀ ਇੰਨੀ ਹੋਏਗੀ ਤੇ ਤੁਹਾਡਾ ਧਿਆਨ ਫਿਰ ਸਾਰਾ ਵਕਤ ਉੱਥੇ ਰਹੇਗਾ। ਜਿੱਥੇ ਤੁਹਾਡਾ ਧਿਆਨ ਰਹੇਗਾ ਉਹ ਤੁਸੀਂ ਜਿਹੜਾ ਲੈ ਲਓ। ਤੁਸੀਂ ਦੇਖੋ ਜਦੋਂ ਅਸੀਂ ਪੜ੍ਹਦੇ ਸੀ ਇਮਤਿਹਾਨਾਂ ਵਿੱਚ, ਕਿੰਨਾ ਧਿਆਨ ਨਾਲ ਅਸੀਂ ਪੜ੍ਹਦੇ ਸੀ, ਸਾਨੂੰ ਡਰ ਸੀ ਕਿ ਅਸੀਂ ਫੇਲ ਨਾ ਹੋ ਜਾਈਏ। ਪਰ ਕਿਉਂਕਿ ਇਹ ਅਸੀਂ ਬਹੁਤਾ ਧਿਆਨ ਇਸ ਕਰਕੇ ਲੱਗਦਾ ਕਿ ਫੇਲ ਹੋਣ ਦਾ ਕੋਈ ਡਰ ਨਹੀਂ ਹੈਗਾ, ਜਿਹੜੀ ਜ਼ਿੰਦਗੀ ਹੈ ਉਹ ਤੇ ਚੱਲਦੀ ਰਹਿੰਦੀ ਹੈਗੀ। ਸੋ ਗੁਰਬਾਣੀ ਦੇ ਵਿੱਚ ਹੀ ਸਭ ਕੁਛ ਹੈ। ਗੁਰਬਾਣੀ ਸੱਚ ਦੀ ਖੋਜ ਹੈ, ਗੁਰਬਾਣੀ ਸਾਨੂੰ ਅੱਗੇ ਲੈ ਕੇ ਜਾਣਾ। ਸਿਰਫ ਇਹ ਵੇ ਅਸੀਂ ਗੁਰਬਾਣੀ ਨੂੰ ਪੜ੍ਹਨਾ ਤੇ ਗ੍ਰਹਿਣ ਕਿਵੇਂ ਕਰਨਾ ਹੈ। ਸੋ ਉਹਦੇ ਵਿੱਚ ਜਪਜੀ ਸਾਹਿਬ ਵਿੱਚ ਤੇ ਉਹਨਾਂ ਨੇ ਸੁਣੀਏ ਤੇ ਬੜੀ ਜ਼ੋਰ ਦਿੱਤਾ ਹੈਗਾ। ਜਦੋਂ ਜਿਹੜਾ ਜਿੰਨਾ ਵੀ ਸਾਡਾ ਸੁਣਨਾ ਗਹਿਰਾ ਹੋਏਗਾ ਓਨਾ ਹੀ ਮੰਨਣਾ ਸਾਡਾ ਜਿਹੜਾ ਉਹ ਮੰਨਣਾ ਜਾਣਨਾ। ਹੁਣ ਇਹ ਵੇ ਕਿ ਇਹ ਤੁਹਾਡੀ ਤੁਸੀਂ ਇਹ ਕਰਦੇ ਕਰਦੇ ਸੁਣਨ ਮੰਨਣ ਤੋਂ ਲੈ ਕੇ ਇੱਥੇ ਪੰਜ ਤੱਕ ਪਹੁੰਚਣਾ ਹੈ, ਪੰਜ ਪੁਰਾਣ ਪੰਜ ਪ੍ਰਧਾਨ, ਇਹ ਸਟੇਜ ਜਿਹੜੀ ਇਹ ਪੰਜ ਤੱਕ ਹੈ। ਸੋ ਕੁਦਰਤੀ ਗੱਲ ਹੈ ਕਿ ਇੱਥੇ ਪਹੁੰਚਣ ਵਾਸਤੇ ਸਾਨੂੰ ਮਤਲਬ ਮਿਹਨਤ ਕਰਨੀ ਪੈਗੀ, ਨਿਸ਼ਾਨੇ ਤੇ ਆਪਣਾ ਸਭ ਤੋਂ ਜ਼ਰੂਰੀ ਹੈ ਡੈਪਥ ਵਿੱਚ ਜਾਣਾ ਪਏਗਾ, ਗਹਿਰਾਈ ਵਿੱਚ ਜਾਣਾ ਪਏਗਾ। ਕਿਉਂਕਿ ਜਿੰਨਾ ਚਿਰ ਅਸੀਂ ਉੱਤੇ ਉੱਤੇ ਰਵਾਂਗੇ ਗੁਰਬਾਣੀ ਸੁਣ ਕੇ ਸੈਟੀਸਫਾਈ ਹੋ ਜਾਵਾਂਗੇ, ਠੀਕ ਹੈ ਮੈਂ ਗੁਰਬਾਣੀ ਪੜ੍ਹੀ ਹੈ, ਠੀਕ ਹੈ, ਨਹੀਂ ਗੁਰਬਾਣੀ ਦੇ ਅੰਦਰ ਮੈਂ ਕਿੰਨਾ ਗਿਆ ਹਾਂ, ਗੁਰਬਾਣੀ ਦਾ ਕਿੰਨਾ ਅਸਰ ਹੋਇਆ, ਅੱਜ ਮੇਰੇ ਜੀਵਨ ਵਿੱਚ ਕਿੰਨੀ ਤਬਦੀਲੀ ਆਈ ਹੈ। ਇਹਦਾ ਨਾ ਸਭ ਤੋਂ ਵੱਡਾ ਜਿਹੜਾ ਮੇਜਰਮੈਂਟ ਹੈ ਉਹ ਵੇ ਕਿ ਮੇਰੇ ਜੀਵਨ ਵਿੱਚ ਕਿੰਨੀ ਤਬਦੀਲੀ ਆਈ ਹੈ। ਜੇ ਮੇਰੇ ਜੀਵਨ ਵਿੱਚ ਤਬਦੀਲੀ ਨਹੀਂ ਆਈ ਤੇ ਮੈਨੂੰ ਸੋਚਣਾ ਪਏਗਾ। ਔਰ ਜੇ ਮੇਰੇ ਜੀਵਨ ਵਿੱਚ ਤਬਦੀਲੀ ਸ਼ੁਰੂ ਹੋ ਗਈ ਹੈ ਤੇ ਆਈ ਸ਼ੁਡ ਬੀ ਵੈਰੀ ਹੈਪੀ। ਫਿਰ ਮੈਨੂੰ ਘਬਰਾਉਣਾ ਨਹੀਂ, ਫਿਰ ਮੈਨੂੰ ਚੱਲਦੇ ਜਾਣਾ ਔਰ ਫਿਰ ਇੰਤਜ਼ਾਰ ਨਹੀਂ ਕਰਨੀ ਕਿਸੇ ਚੀਜ਼ ਦੀ, ਨਾ ਫਿਕਰ ਕਰਨਾ। ਸੋ ਹੋਰ ਕੁਝ ਤੁਕਾਂ ਨੇ, ਅਸੀਂ ਉਹਨੂੰ ਪੜ੍ਹਨੇ ਆ, ਖੋਲਨੇ ਆ, ਕਿਉਂਕਿ ਉਹ ਸਾਰੀਆਂ ਸਾਨੂੰ ਉਸ ਪਾਸੇ ਲਿਜਾ ਰਹੇ ਨੇ। ਇਸ ਰੂਪ ਨਾ ਰੇਖ ਨਾ ਜਾ ਤੂੰ ਵਰਨਾ ਬਾਹਰਾ, ਇਹ ਮਾਨਸ ਜਾਣੇ ਦੂਰ ਤੂੰ ਵਰਤੇ ਜ਼ਾਹਿਰਾ। ਹੁਣ ਤੁਸੀਂ ਜੇ ਦੇਖੋ ਜਰਾ ਵੀ ਅਸੀਂ ਸੋਚੀਏ ਤੇ ਜਿਹੜੀ ਸ਼ਕਤੀ ਵਰਕ ਕਰ ਰਹੀ ਹੈ ਇਸ ਵੇਲੇ ਵੀ ਸਾਡੇ ਚ ਬੈਠਿਆਂ, ਬਾਹਰ ਵੀ ਅੰਦਰ ਵੀ ਹਰ ਥਾਂ ਤੇ, ਉਹ ਕਿਹੜੀ ਸ਼ਕਤੀ ਹੈ, ਕਿਹਦੀ ਸ਼ਕਤੀ ਹੈਗੀ ਹੈ। ਪਰ ਸਾਨੂੰ ਤੇ ਲੱਗਦਾ ਕਿ ਰੱਬ ਤੇ ਕਿਤੇ ਪਤਾ ਨਹੀਂ ਕਿਤੇ ਦੂਰ ਬੈਠਾ ਆ, ਸਾਡੀ ਅਰਦਾਸ ਸੁਣਦਾ ਹੀ ਨਹੀਂ ਆਇਆ। ਪਰ ਕਹਿੰਦੇ ਰੱਬ ਜਿੰਨਾ ਨੇੜੇ ਹੈ ਨਾ, ਉਨੀ ਨੇੜੇ ਤੇ ਉਹਨਾਂ ਨੇੜੇ ਤੁਹਾਡਾ ਸਵਾਸ ਵੀ ਨਹੀਂ ਹੈ। ਉਹ ਤਾਂ ਤੁਹਾਡੇ ਅੰਦਰ ਬੈਠਾ ਹੈ, ਅੰਦਰ ਬੈਠਾ ਹੋਈ ਸਭ ਕੁਝ ਕਰ ਰਿਹਾ। ਕਿਉਂਕਿ ਜੇ ਦੂਰ ਹੋਵੇ ਤੇ ਫਿਰ ਤੁਸੀਂ ਕਹੋ ਉਹ ਦੂਸਰਾ, ਉਹ ਤਾਂ ਦੂਸਰਾ ਹੈ ਹੀ ਨਹੀਂ, ਤੁਸੀਂ ਤੇ ਉਹ ਤੇ ਇੱਕੋ ਹੀ ਹੋ।
ਜੇ ਤੁਸੀਂ ਤਾਂ ਇੱਕੋ ਹੀ ਹੋ ਤਾਂ ਢੂੰਡਣਾ ਕਿੱਥੋਂ ਹੈ? ਅੰਦਰੋਂ ਢੂੰਡਣਾ। ਲੇਕਿਨ ਇਹ ਦੂਰੀ ਜਿਹੜੀ ਹੈ ਦਿਸਦੀ ਹੈਗੀ, ਇਹਦੇ 'ਚ ਕੋਈ ਸ਼ੱਕ ਨਹੀਂ ਹੈਗਾ, ਇਹਦੇ ਵਿੱਚ ਅਸੀਂ ਆਪਣੇ ਆਪ ਨੂੰ ਬਲੇਮ ਵੀ ਨਹੀਂ ਕਰ ਸਕਦੇ। ਪਰਮਾਤਮਾ ਨੇ ਜਦੋਂ ਕ੍ਰੀਏਸ਼ਨ ਕੀਤੀ ਹੈ ਤੇ ਉਹਦੇ ਨਾਲ ਉਹਨੇ ਮਾਇਆ ਵੀ ਕ੍ਰੀਏਟ ਕੀਤੀ ਹੈ। ਮਾਇਆ ਕੀ ਕ੍ਰੀਏਟ ਕੀਤੀ ਹੈ? ਇਹ ਬੰਦੇ ਨੂੰ ਇਹ ਜਨਮ ਜਿਹੜਾ ਮਿਲਿਆ ਇਸ ਵਾਸਤੇ ਮਿਲਿਆ ਕਿ ਪਰਮਾਤਮਾ ਨੂੰ ਯਾਦ ਕਰੇ। ਪਰ ਮਾਇਆ ਇਹ ਹੈ ਕਿ ਉਹਨੂੰ ਲੱਗਦਾ ਕਿ ਇਹ ਤੇ ਵੱਖਰੀ ਗੱਲ ਹੈ, ਜੀਵਨ ਤੇ ਮੇਰਾ ਵੱਖਰਾ ਤੇ ਵੱਖਰੀ ਗੱਲ ਹੈ। ਲੇਕਿਨ ਐਕਚੁਅਲੀ ਜੀਵਨ ਦਾ ਪਰਪਸ ਇਹ ਹੈ ਕਿ ਸਾਨੂੰ ਦਿੱਤੀ ਉਹਨੇ ਮਾਨਸ ਦੇ ਦਿੱਤੀ ਤਾਂ ਹੈ ਕਿ ਅਸੀਂ ਆਪਣੇ ਆਪ ਨੂੰ ਉਹਨਾਂ ਪਿਓਰ ਕਰ ਲਈਏ, ਕਿਉਂਕਿ ਉਹਨੇ ਸਾਨੂੰ ਆਪਣੇ ਰੂਪ ਵਿੱਚ ਪੈਦਾ ਕੀਤਾ। ਕਹੋ ਕਬੀਰ ਮੈਂ ਰਾਮ ਕੇ ਅੰਸ਼, ਜੇ ਅਸੀਂ ਉਹਦੇ ਅੰਸ਼ ਹਾਂ, ਉਹਦੇ ਵਿੱਚੋਂ ਪੈਦਾ ਹੋਏ ਹਾਂ, ਅਸੀਂ ਉਹ 'ਚ ਮੈਨੀਫੈਸਟ ਹੋਏ ਹਾਂ, ਤੇ ਸਾਡੇ ਚੋਂ ਸਾਰੇ ਗੁਣ, ਸਾਡੇ ਚੋਂ ਹੀ ਪਵਿੱਤਰਤਾ। ਸਿਰਫ ਇਹ ਵੇ ਜਿਨ ਖੋਜਾ ਤਿਨ ਪਾਇਆ ਗਹਿਰੇ ਪਾਣੀ। ਸੋ ਬੰਦੇ ਖੋਜ ਦਿਲ ਹਰ ਰੋਜ਼ ਤੋਂ ਫਿਰ ਪਰੇਸ਼ਾਨ। ਤਾਂ ਹਰ ਰੋਜ਼ ਮਤਲਬ ਹੈ ਕਿ ਹਰ ਵੇਲੇ ਇਹ ਸੋਚਣਾ ਵੀ ਕੌਣ ਕਰ ਰਿਹਾ, ਕੌਣ ਕਰ ਰਿਹਾ, ਕੌਣ ਹੈ ਮੇਰੇ ਅੰਦਰ ਜੋ ਕਰ ਰਿਹਾ। ਅਸੀਂ ਇਹ ਹੈ ਕੰਮ ਬਹੁਤਾ ਮੁਸ਼ਕਿਲ ਨਹੀਂ ਹੈਗਾ, ਧਾਰਨ ਤੇ ਬਹੁਤ ਲੇਟ ਜਾ ਕੇ ਹੁੰਦਾ ਹੈ, ਪਰ ਇਹਦੀ ਪ੍ਰੈਕਟਿਸ ਜਿਹੜੀ ਉਹ ਸ਼ੁਰੂ ਕੋਈ ਮੁਸ਼ਕਿਲ ਨਹੀਂ ਹੈਗੀ, ਸਮਝਣੀ ਮੁਸ਼ਕਿਲ ਨਹੀਂ ਹੈਗੀ, ਕਿਉਂਕਿ ਸਾਰਾ ਵਕਤ ਅਸੀਂ ਕੰਮ ਕਰਨੇ ਆ, ਸੁਣਨੇ ਆ, ਬੋਲਨੇ ਆ ਕਰ। ਸੋ ਉਹ ਇੱਕ ਹੀ ਬਸ ਨਿਸ਼ਾਨਾ ਰੱਖੀਏ, ਕੌਣ ਬੋਲ ਰਿਹਾ, ਕੌਣ ਕਰ ਰਿਹਾ, ਕੌਣ ਸੁਣ ਰਿਹਾ। ਦੂਸਰਾ ਇਹ ਹੈ ਕਿ ਜਿੰਨੀ ਕਿਉਂਕਿ ਇਹ ਇੱਕ ਗੁਰਬਾਣੀ ਦੀ ਬੜੀ ਵੱਡੀ ਜਿਹੜੀ ਸਿਫਤ ਹੈ ਕਿ ਜਦੋਂ ਅਸੀਂ ਗੁਰਬਾਣੀ ਪੜ੍ਹਨੇ ਆ ਤੇ ਅੰਦਰ ਪਿਓਰਿਟੀ ਆਉਂਦੀ, ਅੰਦਰ ਸਾਫ਼ ਹੁੰਦਾ, ਜਿਹੜੇ ਵਿਕਾਰ ਨਿਕਲਦੇ ਨੇ, ਗੁਣ ਆਉਂਦੇ ਨੇ। ਜਿਉਂ ਵਿਕਾਰ ਨਿਕਲਦੇ ਨੇ, ਗੁਣ ਆਉਂਦੇ ਨੇ, ਤਿਉਂ ਗੁਰਬਾਣੀ ਦੀ ਸਮਝ ਜ਼ਿਆਦਾ ਆਉਂਦੀ। ਔਰ ਜਿਉਂ ਗੁਰਬਾਣੀ ਦੀ ਸਮਝ ਜ਼ਿਆਦਾ ਆਉਂਦੀ ਹੈ, ਤਿਉਂ ਵਿਕਾਰ ਜਿਹੜੇ ਨੇ ਨਿਕਲਦੇ ਨੇ। ਸੋ ਇਟ ਇਜ਼ ਵਾਈਸ ਵਰਸਾ। ਸੋ ਉਹ ਕੁਦਰਤੀ ਫਿਰ ਆਪਣੇ ਆਪ ਹੀ ਹੁੰਦਾ ਜਾਂਦਾ ਕਿ ਇੱਕ ਭਾਵ ਬਣ ਜਾਂਦਾ ਹੈ। ਜਿਸ ਤਰ੍ਹਾਂ ਕਲੈਰੀਫਾਈ ਕਰਨ ਵਾਸਤੇ ਬੜੀਆਂ ਅੱਛੀਆਂ ਐਗਜ਼ਾਮਪਲ ਦਿੱਤੀਆਂ ਨੇ, ਕਿਉਂਕਿ ਉਹ ਐਗਜ਼ਾਮਪਲ ਸਾਡੇ ਅੰਦਰ ਫਿਰ ਬੈਠ ਜਾਂਦੀਆਂ ਨੇ ਤੇ ਉਹਦੇ ਅਕੋਰਡਿੰਗ ਫਿਰ ਸਾਡੀ ਮੈਮਰੀ ਬਣੀ ਰਹਿੰਦੀ ਹੈ। ਜਿਸ ਤਰ੍ਹਾਂ ਕਿ ਉਹਨਾਂ ਦਾ ਗੁਰੂ ਜਿਹੜਾ ਸੀ ਅਰਜਨ ਦਾ, ਉਹਨਾਂ ਦੇ ਚੇਲੇ ਜਿਹੜੇ ਸੀ 6-7 ਕੇ 9 ਸੀ, ਉਹਨਾਂ ਸਾਰਿਆਂ ਨੇ ਇੱਕ ਸੇਬ ਦਿੱਤਾ, ਕਹਿਣ ਲੱਗੇ ਜਾਓ ਜਿੱਥੇ ਕੋਈ ਨਹੀਂ ਦੇਖ ਰਿਹਾ ਉੱਥੇ ਜਾ ਕੇ ਖਾ ਕੇ ਆਓ। ਉਹ ਵਾਪਸ ਆਏ, ਅਰਜਨ ਆਪਣਾ ਸੇਬ ਵਾਪਸ ਲੈ ਕੇ ਆ ਗਏ। ਉਹ ਕਹਿਣ ਲੱਗਾ ਤੂੰ ਕਿਉਂ ਨਹੀਂ ਖਾਧਾ? ਕਹਿੰਦਾ ਕੋਈ ਜਗ੍ਹਾ ਹੈ ਹੀ ਨਹੀਂ ਜਿੱਥੇ ਉਹ ਨਹੀਂ ਦੇਖ ਰਿਹਾ, ਉਹ ਹਰ ਜਗ੍ਹਾ ਤੇ ਦੇਖ ਰਿਹਾ। ਸੋ ਮਤਲਬ ਇਹ ਐਗਜ਼ਾਮਪਲਸ ਜਿਹੜੀਆਂ ਨੇ ਇਹ ਕਈ ਸਾਡੇ ਅੰਦਰ ਬੈਠ ਜਾਂਦੀਆਂ ਨੇ। ਹੁਣ ਸਾਡੇ ਅੰਦਰ ਕੋਈ ਵੀ ਗਲਤ ਭਾਵ ਆਉਂਦਾ ਹੈ, ਕੋਈ ਗਲਤ ਵਿਚਾਰ ਆਉਂਦਾ ਹੈ, ਕੋਈ ਗਲਤ ਕੰਮ ਕਰਨ ਨੂੰ ਮਨ ਕਰਦਾ ਹੈ, ਤੇ ਜਦੋਂ ਸਾਨੂੰ ਇਹ ਭਾਵ ਪੈਦਾ ਹੋ ਗਿਆ ਹੈ, ਇਹ ਸਾਰਾ ਵਕਤ ਕੌਨਸ਼ੀਅਸ ਵਿੱਚ ਕਿ ਉਹ ਦੇਖ ਰਿਹਾ, ਉਹ ਸਭ ਜਗ੍ਹਾ ਹੈ, ਉਹ ਅੰਤਰਜਾਮੀ, ਉਹ ਦੇਖ ਰਿਹਾ। ਫਿਰ ਕੀ ਹੈ, ਕੋਈ ਵੀ ਗਲਤ ਕੰਮ ਕਰਨ ਤੋਂ ਪਹਿਲਾਂ, ਕਿਉਂਕਿ ਸਾਡਾ ਜਿਹੜਾ ਨਾ ਥਾਟ, ਵਰਡ ਐਂਡ ਡੀਡ, ਸਾਡਾ ਜਿਹੜਾ ਸੋਚ ਵੇ, ਸਾਡਾ ਜਿਹੜਾ ਮਤਲਬ ਬੋਲ ਹੈ, ਔਰ ਸਾਡਾ ਜਿਹੜਾ ਐਕਸ਼ਨ ਹੈ, ਇਹ ਤਿੰਨੋਂ ਚੀਜ਼ਾਂ ਜਿਹੜੀਆਂ ਨੇ ਇਹਦੇ ਵਿੱਚ ਹੀ ਸਾਡਾ ਸਾਰਾ ਜੀਵਨ ਜਿਹੜਾ ਹੈ ਉਹ ਪਵਿੱਤਰ ਤੇ ਅਪਵਿੱਤਰ ਹੁੰਦਾ ਹੈ। ਸੋ ਫਿਰ ਕੀ ਹੈ ਕਿ ਫਿਰ ਸਾਨੂੰ ਇੱਕ ਬੜੇ ਅਸੀਂ ਕੌਨਸ਼ੀਅਸ ਹੋ ਜਾਂਦੇ ਹਾਂ ਕਿ ਪਰਮਾਤਮਾ ਸਭ ਦੇਖ ਰਿਹਾ ਤੇ ਅੰਤਰਜਾਮੀ ਹੈ। ਜੇ ਮੈਂ ਥਾਟ ਜਿਹੜਾ ਕੋਈ ਹੋਰ ਸੁਣ ਵੀ ਨਹੀਂ ਰਿਹਾ, ਉਹ ਵੀ ਪਰਮਾਤਮਾ ਦੇਖ ਰਿਹਾ। ਔਰ ਜਿਹੜਾ ਵਰਡ ਬੋਲ ਰਿਹਾ ਉਹਦੇ ਨਾਲ ਮੈਂ ਕਿਸੇ ਦਾ ਦਿਲ ਦੁਖਾ ਰਿਹਾ, ਪਰਮਾਤਮਾ ਹੀ ਗੁੱਸੇ ਨਹੀਂ ਹੋ ਰਿਹਾ, ਮੈਂ ਉਸ ਇਨਸਾਨ ਨੂੰ ਜਿਹੜਾ ਗੁੱਸਾ ਕਰ ਰਿਹਾ ਉਹ ਵੀ ਪਰਮਾਤਮਾ। ਔਰ ਫਿਰ ਐਕਸ਼ਨ ਜਿਹੜਾ ਉਹ ਪਲ ਕੇ ਅਸੀਂ ਨਹੀਂ ਕਰਦੇ, ਕਿਉਂਕਿ ਐਕਸ਼ਨ ਦਾ ਰਿਜ਼ਲਟ ਜਿਹੜਾ ਉਹ ਦੁਨੀਆ ਦੇ ਸਾਹਮਣੇ ਆ ਜਾਂਦਾ। ਸੋ ਇਹ ਫਿਰ ਸਾਡੀ ਸੋਚ ਜਿਹੜੀ ਹੈ ਜਦੋਂ ਬਦਲਣੀ ਸ਼ੁਰੂ ਹੁੰਦੀ ਹੈ, ਜਦੋਂ ਅਸੀਂ ਇਸ ਪਾਸੇ ਸੋਚਦੇ ਹਾਂ ਕਿ ਪਰਮਾਤਮਾ ਸਭ ਪਾਸੇ ਦੇਖ ਰਿਹਾ ਹੈਗਾ। ਹੁਣ ਦੇਖੋ ਨਾ, ਅਸੀਂ ਕਿੰਨੀ ਮਤਲਬ ਇਹ ਜੇ ਅਸੀਂ ਸੋਚੀਏ ਨਾ ਸੋਚੀਏ ਤੇ ਕੁਝ ਵੀ ਨਹੀਂ, ਸੋਚੀਏ ਤੇ ਕਿੰਨੀ ਵੱਡੀ ਗੱਲ ਹੈ ਕਿ ਕਿੰਨਾ ਉਹਦਾ ਜਿਹੜਾ ਅਰੇਂਜਮੈਂਟ ਹੈ ਉਹ ਇੰਟੈਲੀਜੈਂਟ ਹੈ, ਕਿੰਨਾ ਐਫੀਸ਼ੀਐਂਟ ਹੈ, ਕਿੰਨਾ ਪੂਰਨ ਹੈ ਕਿ ਅਸੀਂ ਥਾਟ ਲੈਨੇ ਆ, ਕਿਸੇ ਨੂੰ ਨਹੀਂ ਪਤਾ ਪਰ ਉਹਨੂੰ ਪਤਾ ਲੱਗ ਗਿਆ। ਅੰਤਰਜਾਮੀ ਕਿਸ ਤਰ੍ਹਾਂ ਉਹਨੇ ਸਾਡੇ ਅੰਦਰ ਹੀ ਇਸ ਤਰ੍ਹਾਂ ਦਾ ਸਿਸਟਮ ਬਣਾ ਦਿੱਤਾ ਹੈ ਕਿ ਅੰਦਰ ਹੀ ਸਾਰਾ ਕੁਝ ਉਹਦੀ ਰਿਕਾਰਡਿੰਗ ਹੁੰਦੀ ਜਾਂਦੀ। ਜਦੋਂ ਅਸੀਂ ਕੌਨਸ਼ੀਅਸ ਹੋ ਜਾਂਦੇ ਹਾਂ ਇਹਨਾਂ ਚੀਜ਼ਾਂ ਬਾਰੇ ਕਿ ਉਹ ਅੰਦਰ ਹੀ ਰਿਕਾਰਡਿੰਗ ਹੋ ਰਹੀ ਹੈ, ਤੇ ਫਿਰ ਹੌਲੀ ਹੌਲੀ
ਜਿੰਨੇ ਅਸੀਂ ਕੌਨਸ਼ੀਅਸ ਹੁੰਦੇ ਜਾਂਦੇ ਹਾਂ ਉਹਨਾਂ ਅਸੀਂ ਕੇਅਰਫੁਲ ਹੁੰਦੇ ਹਾਂ, ਉਨੇ ਅਸੀਂ ਅਵੇਅਰ ਹੁੰਦੇ ਹਾਂ। ਔਰ ਜਦੋਂ ਅਸੀਂ ਅਵੇਅਰ ਹੁੰਦੇ ਹਾਂ ਫਿਰ ਸਾਡੇ ਕੋਲੋਂ ਹੌਲੀ ਹੌਲੀ ਜਿਹੜੇ ਨਾ ਉਹ ਦੂਸਰੇ ਗਲਤ ਕੰਮ ਜਿਹੜੇ ਨੇ, ਗਲਤ ਸੋਚ ਵਿਚਾਰ ਜਿਹੜੀ ਉਹ ਘਟਦੀ ਜਾਂਦੀ। ਸੋ ਅਜੇ ਤਾਂ ਡਿਵੈਲਪ ਤਾਂ ਮੈਂ ਕਰ ਸਕਦੀ ਹਾਂ, ਪਰ ਥੋੜਾ ਜਿਹਾ ਮੈਨੂੰ ਥੋੜਾ ਜਿਹਾ ਸਾਹ ਦਵਾ ਦਿਓ ਤੇ ਅੱਛੀ ਗੱਲ ਹੈ। ਤੁਸੀਂ ਕੋਈ ਇੱਕ ਆਧ ਸਵਾਲ ਪੁੱਛ ਲਓ ਤੇ ਉਹਦੇ ਨਾਲ ਥੋੜਾ ਜਿਹਾ ਕਿ ਫਿਰ ਮੈਂ ਅਗਲਾ ਜਿਹੜਾ ਅੱਗੇ ਫਿਰ ਬੋਲਾਂ। ਹਾਂਜੀ ਜਗਮੋਹਨ ਕੌਰ ਜੀ। ਹਾਂਜੀ ਤੁਸੀਂ ਬਹੁਤ ਅੱਛਾ ਦੱਸ ਰਹੇ ਹੋ, ਸੋ ਸੁਣ ਰਹੀ ਸੀ ਮੈਂ ਪੂਰਾ ਤੁਹਾਡਾ। ਤੁਹਾਨੂੰ ਇੰਨੀ ਨੌਲੇਜ ਹੈਗੀ ਹੈ, ਮੈਨੂੰ ਤੇ ਬਿਲਕੁਲ ਸਮਝ ਨਹੀਂ ਹੈ, ਪਰ ਤੁਸੀਂ ਬਹੁਤ ਹੀ ਅੱਛਾ ਦੱਸਿਆ ਅੱਜ, ਕਾਫੀ ਕੁਛ ਮਤਲਬ ਅੱਛਾ ਲੱਗਿਆ ਮੈਨੂੰ ਇਹਦੇ ਚ। ਹਾਂਜੀ ਇੰਦਰ ਜੀ ਔਰ ਭੈਣ ਜੀ ਤੁਸੀਂ ਦੱਸੋ, ਹੁਣ ਤੁਸੀਂ ਦੱਸ ਆਪਣੇ ਓਪੀਨੀਅਨ। ਤੇ ਮੇਰੇ ਵਾਸਤੇ ਵਿਸ਼ਾ ਭੈਣ ਜੀ ਬੜਾ ਔਖਾ ਹੈ। ਇਹ ਗੁਰਬਾਣੀ ਚ ਨਿਤ ਪੜ੍ਹਿਆ ਬੰਦੇ ਖੋਜ ਦਿਲ ਹਰ ਰੋਜ਼, ਨਾ ਪਰੇਸ਼ਾਨੀ ਮਾਏ, ਪਰ ਨਾ ਤਾਂ ਉਹ ਖੋਜ ਕਰਨੀ ਆਂਦੀ ਹੈ ਤੇ ਨਾ ਹੀ ਹਾਲੇ ਉਹ ਕੋਈ ਸ਼ੁਰੂ ਹੋਇਆ ਹੈ ਰਸਤਾ। ਪਤਾ ਨਹੀਂ ਇਹ ਕਦੋਂ ਹੋਏਗਾ। ਸੁਣੀਦਾ ਗੁਰਬਾਣੀ ਤਾਂ ਰੋਜ਼ ਹੈ, ਪਰ ਨਾ ਉਹ ਖੋਜ ਕਰਨੀ ਆਂਦੀ ਹੈ ਤੇ ਨਾ ਚੱਲਣਾ ਆ ਰਿਹਾ ਹੈ ਕਿ ਖੋਜ ਕਿਵੇਂ ਕੀਤੀ ਜਾਵੇ। ਪਤਾ ਵੀ ਹੈ ਕਿ ਅੰਦਰ ਵਸਦਾ ਹੈ, ਸਾਰਾ ਕੁਝ ਕਰ ਰਿਹਾ ਹੈ, ਕਰਵਾ ਰਿਹਾ ਹੈ। ਈਵਨ ਦੈਨ ਪਤਾ ਨਹੀਂ ਕਿਸ ਦਿਨ ਉਹਦੀ ਪ੍ਰੈਜ਼ੈਂਸ ਦਾ ਪੂਰੀ ਤਰ੍ਹਾਂ ਆਨੰਦ ਆਏਗਾ ਜਾਂ ਪਤਾ ਲੱਗੇਗਾ। ਨਹੀਂ ਆਪਣੇ ਬਾਰੇ ਸਾਨੂੰ ਇਸ ਤਰ੍ਹਾਂ ਹੀ ਲੱਗਦਾ, ਆਪਣੀ ਓਪੀਨੀਅਨ ਇਸ ਤਰ੍ਹਾਂ ਹੀ ਲੱਗਦੀ ਹੈ, ਪਰ ਤੁਹਾਨੂੰ ਤੇ ਕਾਫੀ ਗਿਆਨ ਹੈ, ਕਾਫੀ ਗਹਿਰਾ। ਐਂਡ ਮਤਲਬ ਇਹ ਹੈ ਕਿ ਇਹ ਰਸਤਾ ਹੀ ਹੈ, ਅਸੀਂ ਚੱਲ ਹੀ ਰਹੇ ਹਾਂ, ਅਸੀਂ ਮੰਜ਼ਿਲ ਤੇ ਪਹੁੰਚ ਤੇ ਨਹੀਂ ਗਏ ਤੇ ਮੰਜ਼ਿਲ ਵਾਸਤੇ ਚੱਲ ਰਹੇ ਹਾਂ। ਔਰ ਮੰਜ਼ਿਲ ਜਿਹੜੀ ਹੈ ਕਿਉਂਕਿ ਏਡੀ ਸੌਖੀ ਤੇ ਨਹੀਂ ਹੈਗੀ, ਤੇ ਰਸਤਾ ਜਿਹੜਾ ਹੈਗਾ ਉਹ ਬੜਾ ਡੈਲੀਕੇਟ ਹੈ, ਖੰਨਿਓ ਤਿੱਖੀ ਵਾਲੋਂ ਨਿੱਕੀ, ਸੂਖਸ਼ਮ ਹੈ। ਤੇ ਬਸ ਸਾਡੀ ਡਿਊਟੀ ਕੀ ਹੈ ਕਿ ਵੀ ਹੈਵ ਟੂ ਪਲੇ ਆਰ ਰੋਲ। ਬਸ ਅਸੀਂ ਆਪਣਾ ਰੋਲ ਪਲੇ ਕਰਨਾ, ਫਲ ਉਹਨੇ ਦੇਣਾ ਹੈ। ਫਲ ਸਾਡੇ ਹੱਥ ਵਿੱਚ ਨਹੀਂ, ਕੰਮ ਸਾਡੇ ਸੋਚਣਾ ਸਾਡੇ ਹੱਥ ਵਿੱਚ ਹੈ। ਉਹ ਅਸੀਂ ਸੋਚੀਏ, ਫਲ ਜੋ ਦੇਵੇਗਾ ਅਸੀਂ ਫਿਰ ਉਹ ਮਨਜ਼ੂਰ, ਕਿਉਂਕਿ ਉਹਦੇ ਨਾਲ ਫਲ ਸਾਨੂੰ ਅਸੀਂ ਨਹੀਂ ਕਹਿਣਾ ਕਿ ਇਹ ਕਿਉਂ ਨਹੀਂ ਮਿਲਿਆ, ਫਲ ਜੋ ਦੇਵੇਗਾ ਉਹ ਅਸੀਂ ਮਨਜ਼ੂਰ ਕਰਨਾ। ਸੋ ਤੁਸੀਂ ਤੁਹਾਡਾ ਤੇ ਬਹੁਤ ਮਤਲਬ ਮੈਨੂੰ ਤਾਂ ਬੜੀ ਖੁਸ਼ੀ ਹੈ ਕਿ ਤੁਸੀਂ ਜਿੰਨੀ ਬਾਣੀ ਪੜ੍ਹਦੇ ਹੋ, ਜਿੰਨੀ ਤੁਹਾਨੂੰ ਆਉਂਦੀ ਹੈ, ਤੁਹਾਨੂੰ ਤੇ ਕਾਫੀ ਇੰਦਰਜੀਤ ਕੌਰ ਜੀ ਬੜੀ ਗਹਿਰਾਈ ਵਿੱਚ ਤੁਸੀਂ ਚੱਲ ਜਾਂਦੇ ਨੇ, ਦੇਖਿਆ ਤੁਹਾਨੂੰ ਬੜੇ ਰੈਲੇਵੈਂਟ ਤੁਕਾਂ ਤੁਸੀਂ ਕਰਦੇ ਹੈਗੇ, ਆਪਣਾ ਜਿਹੜੀਆਂ ਰੈਲੇਵੈਂਟ ਤੁਕਾਂ ਤੁਸੀਂ ਕੋਟ ਕਰਦੇ ਹੈਗੇ। ਤਾਂ ਹੋਰ ਵਿੰਕੂ ਜੀ ਕੋਈ ਸਵਾਲ ਤੁਹਾਡਾ ਹੈ ਤੇ ਦੱਸੋ। ਆਂਟੀ ਸਾਨ ਸੇਮ ਲਾਈਨ ਜਿੱਦਾਂ ਇੰਦਰਜੀਤ ਭੈਣ ਜੀ ਨੇ ਕਿਹਾ ਕਿ ਜਿਹੜੀ ਪ੍ਰੈਜ਼ੈਂਸ ਮਹਿਸੂਸ ਕਰਨੀ ਹੈ, ਪਤਾ ਵੀ ਹੈ ਕਿ ਉਹੀ ਹੈ, ਤੂੰ ਹੀ ਹੈ, ਐਂਡ ਕੋਸ਼ਿਸ਼ ਵੀ ਕਰਦੇ ਆ। ਬਟ ਆਈ ਡੋਂਟ ਨੋ ਮੋਸਟ ਆਫ ਦਾ ਟਾਈਮ ਆਰ ਜੋ ਤੁਸੀਂ ਕਹਿ ਦੋ ਅਸੀਂ ਇੰਨੀ ਇਗਨੋਰੈਂਸ ਚ ਰਹੀਦਾ ਕਿ ਨਹੀਂ ਉਹਦੀ ਪ੍ਰੈਜ਼ੈਂਸ ਫੀਲ ਹੁੰਦੀ। And then once in a while ਜਦੋਂ ਹੁੰਦੀ ਹੈ ਉਦੋਂ ਲੱਗਦਾ ਹੈ ਕਿ it's such, I mean, ਕਿ that's wonderful ਕਿ ਤੁਹਾਡਾ ਸ਼ੁਕਰ ਹੈ ਕਿ ਹੋਈ ਹੈ। ਪਰ ਉਸ ਤੋਂ ਬਾਅਦ that maybe stays for a fraction of a second, ਉਸ ਤੋਂ ਬਾਅਦ ਫੇਰ we go into ignorance. ਵੈਰੀ ਗੁੱਡ, ਬਹੁਤ ਅੱਛਾ। ਕਿਉਂਕਿ ਜਦੋਂ ਜੇ ਫ੍ਰੈਕਸ਼ਨ ਵਿੱਚ ਠਹਿਰਨਾ ਸ਼ੁਰੂ ਹੋ ਜਾਏ ਨਾ ਤੇ ਸਟਾਰਟ ਹੈਜ਼ ਬੀਨ ਮੇਡ, ਜਰਨੀ ਹੈਜ਼ ਬੀਨ ਸਟਾਰਟਡ। ਸੋ ਸਾਡਾ ਕੰਮ ਤਾਂ ਸਿਰਫ ਜਰਨੀ ਸਟਾਰਟ ਕਰਨਾ, ਉਹਦੇ ਤੇ ਚੱਲਣਾ, ਫਲ ਉਹਨੇ ਦੇਣਾ, ਉਹ ਸਾਡੇ ਵੱਸ ਵਿੱਚ ਨਹੀਂ ਹੈਗਾ। ਸੋ ਆਪਣੀ ਐਫਰਟ ਜਿਹੜੇ ਕਰਦੇ ਜਾਣਾ, ਕਿਉਂਕਿ ਐਕਚੁਅਲੀ ਇਹ ਹੈ ਕਿ ਇਹ ਬੜਾ ਸੂਖਸ਼ਮ ਰਸਤਾ ਹੈ। ਔਰ ਇਹਦੇ ਵਾਸਤੇ ਜਿਹੜਾ ਮਤਲਬ ਅਸੀਂ ਸ਼ੁਰੂ ਜੇ ਕਰੀਏ, ਧਿਆਨ ਜੇ ਅਸੀਂ ਹਾਰਟ ਤੇ ਰੱਖੀਏ ਨਾ, ਇੱਕ ਮਤਲਬ ਕਿਉਂਕਿ ਸਾਨੂੰ ਇੱਕ ਆਦਤ ਹੈ ਕੁਝ ਦੇਖਣ ਦੀ ਕਿ ਕਿੱਥੇ, ਔਰ ਐਕਚੁਅਲੀ ਉਹਦੀ ਹੋਂਦ ਵੀ ਜਿਹੜੀ ਹੈਗੀ ਕਹਿੰਦੇ ਨੇ ਦਿਲ ਵਿੱਚ ਉਹਦੀ ਹੋਂਦ, ਜਿੱਥੇ ਉਹਦੀ ਹੋਂਦ ਹੈ ਉੱਥੇ ਮਹਿਸੂਸ ਕਰੋ ਇੱਥੇ ਉਹਦੀ ਹੋਂਦ ਹੈ। ਹੌਲੀ ਹੌਲੀ ਉਹ ਹੋਂਦ ਜਿਹੜੀ ਹੈ ਨਾ ਇੰਨੀ ਮਹਿਸੂਸ ਹੋਣ ਲੱਗ ਜਾਂਦੀ ਹੈਗੀ ਕਿ ਲੱਗਦਾ ਕਿ ਹਾਂ ਉੱਥੇ ਬੈਠਾ ਹੋਇਆ, ਉੱਥੇ ਬੈਠਾ। ਸੋ ਇਹ ਵੇ ਕਿ ਕਿਉਂਕਿ ਬਾਕੀ ਜਿਹੜਾ ਬ੍ਰਹਮਾਂਡ ਦਾ ਤੇ ਸਾਰਾ ਸੂਖਸ਼ਮ ਹੈ, ਬਟ ਉਹ ਵੀ ਹੌਲੀ ਹੌਲੀ ਉਹ ਸੂਖਮਤਾ ਜਿਹੜੀ ਹੈਗੀ ਹੈ ਜਦੋਂ ਉਹ ਤੁਹਾਡੇ ਸਮਝ ਵਿੱਚ ਆਉਣ ਲੱਗ ਪੈਂਦੀ ਹੈ ਤੇ ਬੜੀ ਕਲੈਰਿਟੀ ਹੋ ਜਾਂਦੀ ਹੈ।
ਹੁਣ ਫਰਜ਼ ਕਰੋ ਜਦੋਂ ਅਸੀਂ ਬੋਲਦੇ ਹਾਂ ਇੱਕ ਓਮਕਾਰ ਸਤਨਾਮ, ਤੇ ਉਸ ਵੇਲੇ ਜੇ ਅਸੀਂ ਦੇਖੀਏ ਕਿ ਇੱਕ ਓਮਕਾਰ ਸਤਨਾਮ ਕੀ ਹੈ, ਜੋ ਕੁਝ ਅਸੀਂ ਦੇਖ ਰਹੇ ਹਾਂ, ਜੋ ਸਾਨੂੰ ਨਜ਼ਰ ਹੈ, ਜੋ ਨਹੀਂ ਵੀ ਆ ਰਿਹਾ, ਇਹ ਇੱਕ ਓਮਕਾਰ ਸਤਨਾਮ ਹੈ। ਸੋ ਇਹ ਸਾਰੀ, ਕਿਉਂਕਿ ਬਾਣੀ ਜਿਹੜੀ ਹੈ, ਜਿਹੜੇ ਆਪਣਾ ਇਹ ਸਾਰੇ ਇੰਡੀਅਨ ਧਰਮ ਹੈਗੇ ਨੇ, ਉਹ ਸਾਰੇ ਇੱਕ ਪਰਮਾਤਮਾ ਦੀ ਹੋਂਦ ਨੂੰ, ਉਸ ਪਰਮਾਤਮਾ ਦੀ ਹੋਂਦ ਨੂੰ ਇਸ ਤਰ੍ਹਾਂ ਨਹੀਂ ਮਹਿਸੂਸ ਕਰਦੇ ਕਿ ਪਰਮਾਤਮਾ ਕੋਈ ਮਤਲਬ ਇੱਕ ਆਪਣਾ ਬੋਡੀ ਹੈ ਜਾਂ ਇੱਕ ਉਹਦੀ ਕੋਈ ਆਇਡੈਂਟੀਫਿਕੇਸ਼ਨ ਹੈ। ਪਰਮਾਤਮਾ ਤੇ ਸਾਰੀ ਸ੍ਰਿਸ਼ਟੀ ਦੇ ਵਿੱਚ ਰਲਿਆ ਹੋਇਆ ਹੈ, ਉਹਦੇ ਤੋਂ ਸੈਪਰੇਟ ਹੈ ਹੀ ਨਹੀਂ। ਸੋ ਉਹਨੂੰ, ਪਰਮਾਤਮਾ ਨੂੰ, ਬ੍ਰਹਮ ਨੂੰ ਦੇਖਣ ਵਾਸਤੇ ਸਾਨੂੰ ਹਰ ਚੀਜ਼ ਦੇ ਵਿੱਚ ਉਹ ਜਿਹੜਾ ਨਜ਼ਰ ਆਉਂਦਾ ਹੈਗਾ। ਹੁਣ ਜਦੋਂ ਅਸੀਂ ਕਿਸ ਤਰ੍ਹਾਂ ਨਜ਼ਰ ਆਉਂਦਾ ਹੈ ਕਿ ਜਦੋਂ ਅਸੀਂ ਦੇਖੋ ਜਿਹੜਾ ਨਾ ਮੂਲ ਮੰਤਰ ਬੜੀ ਸਟਰੋਂਗ ਜਿਹੜੀ ਹੈ ਲੈਂਗੁਏਜ ਹੈ, ਸਟਰੋਂਗ ਭਾਵ ਹੈ, ਜਿਹੜਾ ਕਿ ਤੁਹਾਨੂੰ ਬ੍ਰਹਮਾਂਡ ਦੇ ਨਾਲ ਜੋੜਦਾ। ਫਿਰ ਤੁਸੀਂ ਵਾਹਿਗੁਰੂ ਜਦੋਂ ਕਰਦੇ ਹੋ, ਕਿਉਂ ਵਾਹਿਗੁਰੂ ਕਰਦੇ ਹੋ ਕਿ ਇੰਨੀ ਤੂੰ ਐਫੀਸ਼ੀਐਂਟਲੀ, ਇੰਨੀ ਪੂਰਨਤਾ ਦੇ ਨਾਲ ਪਹਿਲਾਂ ਤੇ ਸੰਸਾਰ ਨੂੰ ਬਣਾਇਆ, ਫਿਰ ਉਹਨੂੰ ਚਲਾ ਰਿਹਾ। ਕਿਸ ਤਰ੍ਹਾਂ ਇਹ ਚੱਲ ਰਿਹਾ, ਇਹ ਚੰਦ ਸਾਰੇ ਸਿਤਾਰੇ ਆਪਣਾ ਜਿਹੜੀਆਂ ਯੂਨੀਵਰਸਿਟੀਜ਼ ਨੇ ਇੰਨੀ ਮਤਲਬ ਇਹ ਐਫੀਸ਼ੀਐਂਸੀ ਨਾਲ ਚੱਲ ਰਹੇ ਨੇ। ਤੇ ਫਿਰ ਤੁਸੀਂ ਕੀ ਹੈ ਕਿ ਫਿਰ ਤੁਸੀਂ ਸੋਚਦੇ ਹੋ ਕਿ ਉਹ ਤੇ ਵੱਖਰਾ ਨਹੀਂ ਹੈਗਾ, ਉਹ ਤੇ ਇਹ ਸਾਰੀ ਸ੍ਰਿਸ਼ਟੀ ਦੇ ਵਿੱਚ ਰਚਿਆ ਹੋਇਆ। ਤਾਂ ਫਿਰ ਹੌਲੀ ਹੌਲੀ ਇਹ ਭਾਵ ਬਣਦਾ ਫਿਰ ਤੁਹਾਨੂੰ ਉਹ ਹਰ ਚੀਜ਼ ਦੇ ਵਿੱਚ ਉਹਦੀ ਹੋਂਦ ਜਿਹੜੀ ਹੈ ਉਹ ਭਾਸਣ ਲੱਗ ਜਾਂਦੀ ਹੈਗੀ ਹੈ। ਔਰ ਹੌਲੀ ਹੌਲੀ ਕਰਦਿਆਂ ਉਹ ਥੋੜੀ ਕਲੈਰਿਟੀ ਹੁੰਦੀ ਜਾਂਦੀ ਹੈਗੀ, ਕਿਉਂਕਿ ਰਸਤਾ ਹੀ ਹੈ ਨਾ। ਹੁਣ ਸਾਡੇ ਹੱਥ ਵਿੱਚ ਇਹ ਤੇ ਨਹੀਂ ਨਾ ਹੈਗਾ ਕਿ ਅਸੀਂ ਇੱਕਦਮ ਪਹਾੜ ਤੇ ਚੜ੍ਹ ਜਾਈਏ। ਸਾਡੇ ਵਾਸਤੇ ਤਾਂ ਡਿਊਟੀ ਇਹ ਹੈ ਕਿ ਤੁਸੀਂ ਚੜ੍ਹਨਾ ਸ਼ੁਰੂ ਕਰੋ, ਐਂਡ ਜਦ ਤੁਸੀਂ ਚੜ੍ਹਨਾ ਸ਼ੁਰੂ ਕਰੋਗੇ ਮਦਦ ਉਹ ਆਪੇ ਕਰੇਗਾ। ਹਾਂ ਡਾਲੀ ਜੀ, ਤੁਹਾਡੇ ਵੱਲੋਂ ਨਹੀਂ ਅਜੇ ਕੋਈ ਕਮੈਂਟ ਆਇਆ? ਨਹੀਂ ਭੈਣ ਜੀ, ਆਪ ਬਹੁਤ ਸੋਹਣਾ ਕਰ ਰਹੇ ਹੋ। ਉਹੀ ਗੱਲ ਹੈਗੀ ਕਿ ਅਸੀਂ ਬਸ ਮੈਂ ਤੇ ਆਪਣਾ ਕਹਿ ਸਕਦੀ, ਮੈਂ ਬਸ ਸੁਣ ਰਹੀ ਹਾਂ, ਅਨੁਭਵ ਕੁਝ ਵੀ ਨਹੀਂ ਹੈ। ਪਰ ਸ਼ੁਕਰਾਨਾ ਨਿਕਲ ਰਿਹਾ ਸੀਗਾ ਕਿ ਸ਼ੁਕਰਾਨਾ ਹੈਗਾ ਕਿ ਆਪ ਜੀ ਇਹ ਗੱਲਾਂ ਸਾਨੂੰ ਦੱਸ ਰਹੇ ਹੈਗੇ ਹੋ। ਸੋ ਹੋਰ ਕੁਝ ਨਹੀਂ ਤੇ ਕਿਸੇ ਵੇਲੇ ਤੁਹਾਡੇ ਕੋਈ ਸੈਂਟੈਂਸ, ਤੁਹਾਡੇ ਬੋਲ ਸਾਡੇ ਅੰਦਰ ਮਤਲਬ ਉਹੀ ਖਿਆਲ ਆਏ, ਉਹ ਭੈਣ ਜੀ ਨੇ ਇਸ ਤਰ੍ਹਾਂ ਕਿਹਾ ਸੀਗਾ, ਭੈਣ ਜੀ ਨੇ ਇਸ ਤਰ੍ਹਾਂ ਕਿਹਾ ਸੀ। ਸੋ ਉਹੀ ਸਾਨੂੰ ਕੁਝ ਸਮੇਂ ਲਈ, ਪਰ ਕੁਛ ਨਹੀਂ ਹੁਣੇ ਪਤਾ ਨਹੀਂ ਰਸਤਾ ਵੀ ਠੀਕ ਚੱਲ ਰਿਹਾ, ਕੀ ਕਰ ਰਹੇ ਹਾਂ, ਪਰ ਬਿਲਕੁਲ ਅਨੁਭਵ ਨਹੀਂ ਹੈਗਾ। ਸਿਰਫ ਸੁਣੀ ਸਰੋਤ ਹੀ ਹੈ ਤੁਹਾਡੇ ਨਾਲ। ਸੋ ਵਾਹਿਗੁਰੂ ਮਿਹਰ ਕਰੇ, ਤੁਸੀਂ ਸਾਨੂੰ ਦੱਸਣ ਦੀ ਕੋਸ਼ਿਸ਼ ਕਰ ਰਹੇ ਹੋ, ਉਹ ਸਾਨੂੰ ਅੰਦਰੋਂ ਮਹਿਸੂਸ ਹੋਣ ਲੱਗ ਪਏ। ਤੇ ਹੋਰ ਤੇ ਕੁਛ ਨਹੀਂ ਕਹਿਣ ਨੂੰ ਭੈਣ ਜੀ। ਤੁਸੀਂ ਥੋੜਾ ਮੈਨੂੰ ਗਾਈਡ ਵੀ ਕਰਦੇ ਜਾਇਆ ਕਰੋ ਕਿ ਜੇ ਤੁਹਾਨੂੰ ਕੋਈ ਚੇਂਜ ਚਾਹੀਦਾ ਹੈ ਜਾਂ ਕਿਸ ਤਰ੍ਹਾਂ ਦੀ ਬਾਣੀ ਚਾਹੀਦੀ ਹੈ ਜਾਂ ਕੀ ਟੌਪਿਕ ਚਾਹੀਦਾ ਹੈ, ਕਿਉਂਕਿ ਮੈਨੂੰ ਆਪਣੇ ਆਪ ਨੂੰ ਸਮਝ ਨਹੀਂ ਆਉਂਦੀ ਕਿ ਸੰਗਤ ਨੂੰ ਕਿਸ ਚੀਜ਼ ਦੀ ਜ਼ਰੂਰਤ ਹੈਗੀ ਹੈ। ਐਂਡ ਇਹ ਵੀ ਮੈਂ ਤੁਹਾਨੂੰ ਪਿਛਲੀ ਵਾਰ ਕਿਹਾ ਸੀ ਕਿ ਤੁਸੀਂ ਆਪਣੇ ਸਵਾਲ ਵੀ ਬੇਸ਼ੱਕ ਭਾਵੇਂ ਲਿਖ ਕੇ ਲਿਆ ਕਰੋ, ਭਾਵੇਂ ਤੁਸੀਂ ਪਾ ਦਿਆ ਕਰੋ, ਤਾਂ ਕਿ ਜੇ ਹੁਣ ਤੁਸੀਂ ਘਰ ਜਾ ਕੇ ਇਹਦੇ ਤੇ ਰਿਫਲੈਕਟ ਕਰੋਗੇ, ਠੀਕ ਹੈ ਨਾ, ਤੁਸੀਂ ਇਹਦੇ ਤੇ ਰਿਫਲੈਕਟ ਜ਼ਰੂਰ ਕਰਨਾ। ਨਹੀਂ ਤੇ ਫਿਰ ਕੀ ਹੈਗਾ ਕਿ ਉਹ ਸਾਰਾ ਜਿਹੜਾ ਨਾ ਉਹ ਡਿਮ ਸਾਰਾ ਹੋ ਜਾਂਦਾ ਹੈ। ਫਿਰ ਜਦੋਂ ਬਾਅਦ ਵਿੱਚ ਯਾਦ ਕਰੀਏ ਤੇ ਯਾਦ ਨਹੀਂ ਆਉਂਦਾ ਹੈਗਾ। ਥੋੜਾ ਜਿਹਾ ਜਿਹੜਾ ਵੀ ਅਸੀਂ ਮਤਲਬ ਤੁਸੀਂ ਹੁਣ ਬਾਣੀ ਵੀ ਪੜ੍ਹਦੇ ਹੋ, ਰਿਫਲੈਕਟ ਕਰਦੇ ਹੋ, ਉਹ ਤੇ ਰਿਫਲੈਕਟ ਜ਼ਰੂਰ ਕਰਨਾ ਹੈਗਾ। ਤੇ ਜਿਸ ਤਰ੍ਹਾਂ ਇਹ ਆਪਣਾ ਪਰਮਾਤਮਾ ਦੀ ਹੋਂਦ ਦੇ ਸਾਰਾ ਬ੍ਰਹਮਾਂਡ, ਜੋ ਬ੍ਰਹਮੰਡੇ ਸੋਈ ਪਿੰਡੇ, ਜੋ ਖੋਜੇ ਸੋ ਪਾਏ। ਸੋ ਸਾਰਾ ਬ੍ਰਹਮਾਂਡ ਕਿਵੇਂ ਚੱਲ ਰਿਹਾ ਹੈਗਾ, ਉਹਦੀ ਕੁਦਰਤ ਤੁਸੀਂ ਦੇਖੋ, ਇੰਨੀ ਐਫੀਸ਼ੀਐਂਸੀ ਇਨਸਾਨ ਦੇ ਅੰਦਰ ਉਹਨੇ ਕਿਸ ਤਰ੍ਹਾਂ। ਇੱਕ ਉੱਥੇ ਡਾਕਟਰ ਸੀ, ਉਹ ਨਿਊਰੋਲੋਜਿਸਟ ਸੀ, ਜਰਮਨੀ ਗਿਆ, ਉੱਥੋਂ ਕੁਆਲੀਫਿਕੇਸ਼ਨ ਕਰਕੇ ਆ। ਉੱਥੇ ਉਹਨਾਂ ਨੇ ਜਦੋਂ ਆਪਰੇਸ਼ਨ ਕੀਤੇ ਤੇ ਇਨਸਾਨ ਦੇ ਅੰਦਰ ਜਿਹੜੀ ਪਰਮਾਤਮਾ ਨੇ ਉਹਦੇ ਬਾਇਓਲੋਜੀ ਦੇ ਵਿੱਚ ਜਿੰਨੀ ਬਰੀਕ ਕਾਰੀਗਰੀ ਕੀਤੀ ਹੋਈ ਹੈ, ਕਿੰਨੀਆਂ ਨਰਵਸ ਬਰੀਕ ਹੈਗੇ ਨੇ, ਕਿੰਨੇ ਸੈਲਸ ਬਰੀਕ ਹੈਗੇ ਨੇ, ਇਹ ਸਾਰਾ ਕੁਝ ਇੰਨਾ ਡੈਲੀਕੇਟ ਤੇ ਸਾਡਾ ਸਿਸਟਮ ਇੰਨੀ ਐਫੀਸ਼ੀਐਂਟਲੀ ਚੱਲ ਰਿਹਾ ਹੈਗਾ। ਉੱਥੇ ਆ ਕੇ ਫਿਰ ਉਹਨੇ ਆਂਦਿਆਂ ਸਾਰ ਇੰਨਾ ਉਹਦੇ ਬਦਲਾਵ ਆਇਆ ਕਿ ਹੀ ਵੈਂਟ ਸਟ੍ਰੇਟ ਟੂ ਕੀ ਨਾ ਹੈਗਾ
ਰਿਸ਼ੀਕੇਸ਼ ਨਹੀਂ, ਇੱਕ ਹੋਰ ਜਗ੍ਹਾ ਹੈਗੀ ਹੈ, went there ਐਂਡ ਉੱਥੇ ਜਾ ਕੇ ਉਹਨੇ ਸਰਚ ਸ਼ੁਰੂ ਕਰ ਦਿੱਤੀ ਕਿ ਪ੍ਰਮਾਤਮਾ ਕੀ ਹੈ। ਦੈਨ ਮੈਂ ਉਹਦੇ ਲੈਕਚਰ ਸੁਣ ਜਾਂਦੀ ਹੁੰਦੀ ਸੀ ਤੇ ਫਿਰ ਉੱਥੋਂ ਮੈਨੂੰ ਪਤਾ ਲੱਗਾ। ਸੋ ਜਦੋਂ ਅਸੀਂ ਉਹਦੇ ਬ੍ਰਹਿਮੰਡ ਦੇ ਵਿੱਚ ਉਹਦੀ ਕੁਦਰਤ ਨੂੰ ਵਾਕ ਕਰਕੇ ਦੇਖਦੇ ਹਾਂ, ਆਪਣੇ ਸਰੀਰ ਵਿੱਚ ਦੇਖਦੇ ਹਾਂ, ਆਪਣੇ ਮਨ ਵਿੱਚ ਦੇਖਦੇ ਹਾਂ, ਹਰ ਪਲ ਕਿਸ ਤਰ੍ਹਾਂ ਸੈਲਸ ਮਰ ਰਹੇ ਨੇ, ਕਿਸ ਤਰ੍ਹਾਂ ਨਵੇਂ ਬਣ ਰਹੇ ਨੇ। ਅਸੀਂ ਤਾਂ ਸੋਚਦੇ ਹਾਂ ਕਿ ਮੈਂ ਤੇ ਉਹੀ ਹਾਂ, ਪਰ ਅਸੀਂ ਤੇ ਹਰ ਪਲ ਬਦਲ ਰਹੇ ਹਾਂ, ਹਰ ਪਲ ਬਦਲ ਰਹੇ ਹਾਂ। ਪਿਛਲਾ ਪਲ ਜਿਹੜਾ ਸੀ ਉਹਦੇ ਅਸੀਂ ਹੋਰ ਸੀ, ਇਸ ਪਲ ਵਿੱਚ ਅਸੀਂ ਹੋਰ ਹਾਂ। ਸਾਨੂੰ ਤੇ ਇੰਨਾ ਪਤਾ ਹੈ ਕਿ ਮੈਂ ਪਹਿਲਾਂ ਬਚਪਨ ਵਿੱਚ ਸੀ, ਫਿਰ ਮੈਂ ਜਵਾਨ ਸੀ, ਹੁਣ ਮੈਂ ਬੁੱਢਾ ਹੋ ਗਿਆ, ਪਰ ਅਸੀਂ ਸਾਰਾ ਵਕਤ ਬੱਚੇ ਤੋਂ ਜਵਾਨ, ਜਵਾਨ ਤੋਂ ਬੁੱਢੇ ਹੁੰਦੇ ਰਹਿੰਦੇ ਹਾਂ। ਔਰ ਉਹ ਹੀ ਸਾਨੂੰ ਮੈਚਿਓਰਿਟੀ ਵੀ ਲਿਆਂਦਾ ਹੈ। ਉਹ ਸੋ ਹੌਲੀ ਹੌਲੀ ਸੂਖਮਤਾ ਆਂਦੀ ਜਾਂਦੀ ਹੈ, ਔਰ ਮਤਲਬ ਹੌਲੀ ਹੌਲੀ ਜਿਹੜਾ ਭਾਵ ਹੈ ਅਨੁਭਵ ਵਿੱਚ ਬਦਲ ਜਾਂਦਾ ਹੈਗਾ। ਔਰ ਮਤਲਬ ਉਹਦੇ ਵਿੱਚ ਜਿਹੜਾ ਮਤਲਬ ਸਭ ਤੋਂ ਜਿਹੜਾ ਸੌਖਾ ਸਟੈਪ ਹੈ ਉਹ ਵੇ ਕਿ ਤੁਸੀਂ ਆਪਣੇ ਅੰਦਰ ਆਪਣੇ ਹਾਰਟ ਤੇ ਉਹਦੀ ਪ੍ਰੈਜ਼ੈਂਸ ਫੀਲ ਕਰੋ। ਔਰ ਜਦੋਂ ਤੁਸੀਂ ਮਤਲਬ ਧਿਆਨ ਵਿੱਚ ਬੈਠਦੇ ਹੋ, ਇੱਕ ਤਾਂ ਮੈਂ ਪਿਛਲੀ ਵਾਰੀ ਕਿਹਾ ਸੀ ਕਿ ਦਿਹਾੜੇ 'ਚ ਇੱਕ ਵਾਰੀ ਧਿਆਨ ਵਿੱਚ ਜ਼ਰੂਰ ਬੈਠਿਆ ਕਰੋ। ਤੇ ਜਦ ਤੁਸੀਂ ਧਿਆਨ ਵਿੱਚ ਬੈਠਦੇ ਹੋ, ਫਿਰ ਤੁਸੀਂ ਸੂਖਮਤਾ ਵਿੱਚ, ਸੂਖਮ ਉਦੋਂ ਤੁਸੀਂ ਹੋਵੋਗੇ। ਜਦੋਂ ਤੁਸੀਂ ਸੂਖਮ ਹੋਵੋਗੇ, ਉਹ ਗਹਿਰਾਈ ਫਿਰ ਜਿਹੜੀ ਹੈਗੀ ਉਹ ਫਿਰ ਤੁਹਾਡੇ ਅੰਦਰ ਜਾਏਗੀ, ਕਿਉਂਕਿ ਉਸ ਵੇਲੇ ਫਿਰ ਹੋਰ ਥਾਟ ਜਿਹੜੇ ਨੇ ਉਹ ਖਤਮ ਹੋ ਜਾਂਦੇ ਨੇ। ਸੋ ਇਹਦੇ ਬਾਰੇ ਤੁਸੀਂ ਕੁਝ ਕਹਿਣਾ ਹੈ ਕਿ ਤੁਸੀਂ ਜੋ ਬੈਠਦੇ ਨੇ ਉਹਨਾਂ ਕੋਈ ਡਿਫਿਕਲਟੀ ਤੇ ਨਹੀਂ ਆਉਂਦੀ, ਜਾਂ ਕੋਈ ਕੁਐਸਚਨ ਜੋ ਹੋਵੇ ਤੁਹਾਡਾ ਤੁਸੀਂ ਕਰ ਸਕਦੇ ਹੈਗੇ। ਹਾਂਜੀ, ਤੁਸੀਂ ਜਿਹੜੀ ਬਾਇਓਲੋਜੀ ਦੀ ਗੱਲ ਕਰ ਰਹੇ ਹੋ, ਹਾਂਜੀ ਕਈ ਵਾਰੀ ਮੇਰੇ ਦਿਮਾਗ ਵਿੱਚ ਇਹ ਬੜੀ ਹੈਰਾਨੀ ਆਉਂਦੀ ਹੁੰਦੀ ਹੈ ਸੋਚ ਕੇ, ਹਾਂਜੀ ਕਈ ਵਾਰੀ ਪੇਸ਼ੈਂਟ ਨੂੰ ਲੋੜ ਪੈ ਜਾਂਦੀ ਬਲੱਡ ਦੀ, ਹਾਂਜੀ ਡਾਕਟਰ ਉਸੇ ਵੇਲੇ ਕਹਿੰਦੇ ਕੋਈ ਬੰਦਾ ਲਿਆਓ ਜਿਹੜਾ ਬਲੱਡ ਦੇਵੇ। ਹਾਂਜੀ ਕੋਈ ਲੈਬ ਨਹੀਂ ਜਿਹਦੇ ਵਿੱਚ ਉਹ ਬਲੱਡ ਬਣ ਸਕੇ। ਹਾਂ ਬਿਲਕੁਲ ਜਿੰਨੀ ਬਿਲਕੁਲ ਮਰਜ਼ੀ ਕੋਸ਼ਿਸ਼ ਕਰ ਲੈਣ, ਜੇ ਕਿਸੇ ਦਾ ਕਿਡਨੀ ਚਾਹੀਦੀ ਹੈ ਤਾਂ ਉਹ ਕਹਿੰਦੇ ਬੰਦਾ ਲਿਆਓ ਜਿਹੜਾ ਕਿਡਨੀ ਦੇ ਸਕੇ। ਐਗਜ਼ੈਕਟਲੀ ਇਹੋ ਜਿਹੀਆਂ ਚੀਜ਼ਾਂ ਵਾਹਿਗੁਰੂ ਨੇ ਬਣਾਈਆਂ ਨੇ ਅੰਦਰ ਜਿਹੜੀਆਂ ਇੰਪੋਸੀਬਲ ਨੇ ਇੱਕ ਬੰਦੇ ਵਾਸਤੇ ਸੋਚਣੀਆਂ ਵੀ ਬਣਾਉਣ ਵਾਸਤੇ। ਬਿਲਕੁਲ ਬਿਲਕੁਲ ਦੇਖੋ ਇਹ ਤੁਹਾਡਾ ਨਾ ਇਹ ਸੂਖਮ ਥਾਟ ਹੈ। ਇਹੋ ਜਿਹੇ ਸੂਖਮ ਥਾਟ ਜਿਹੜੇ ਨਾ ਫਿਰ ਤੁਹਾਨੂੰ ਸੂਖਮਤਾ ਤੱਕ ਲੈ ਜਾਂਦੇ ਹੈਗੇ ਨੇ। ਸੋ ਉਹ ਡਾਕਟਰ ਸਾਹਿਬ ਕਹਿੰਦੇ ਹੁੰਦੇ ਸੀ ਕਿ ਤੁਸੀਂ ਕਹਿੰਦੇ ਹੋ ਨਾ ਕਿ ਬਈ ਆਪਣਾ ਮੈਂ ਕੀਤਾ, ਤੁਹਾਨੂੰ ਇਹ ਕਿਹਾ ਜਾਵੇ ਨਾ ਜਿਹੜਾ ਤੁਹਾਡਾ ਇੱਕ ਵਾਲ ਹੈ ਉਸ ਤਰ੍ਹਾਂ ਦਾ ਇੱਕ ਵਾਲ ਬਣਾ ਕੇ ਦੱਸੋ, ਭਾਵੇਂ ਸਾਇੰਸ ਕਿੰਨੀ ਪ੍ਰੋਗਰੈਸ ਕਰਕੇ, ਉਸ ਤਰ੍ਹਾਂ ਦਾ ਵਾਲ। ਤੁਹਾਡੇ ਆਰਟੀਫਿਸ਼ੀਅਲ ਵਾਲ ਜਿਹੜੇ ਹੋਣਗੇ ਉਹ ਇਹਨਾਂ ਵਾਲਾਂ ਨਾਲੋਂ ਕਿੰਨੇ ਫਰਕ ਹੋਣਗੇ। ਜਿਹੜੀ ਕੁਦਰਤ ਨੇ ਪੈਦਾ ਕੀਤੀ ਚੀਜ਼ ਉਹਦੇ ਨਾਲ ਤੇ ਕੋਈ, ਤੁਸੀਂ ਇਹ ਦੇਖੋ ਬੱਚੇ ਦਾ ਬਣਨਾ, ਉਹਦੇ ਅੰਦਰ ਅੰਗ ਬਣਨੇ, ਉਹਦੇ ਅੰਦਰ ਸਾਹ ਪਾਣਾ, ਫਿਰ ਜਦੋਂ ਪੂਰੀ ਪਰਫੈਕਸ਼ਨ ਹੋ ਜਾ ਫਿਰ ਮਾਂ ਦੇ ਪੇਟ ਵਿੱਚ ਨਹੀਂ ਰੁਕ ਸਕਦਾ, then it comes out। ਇੰਨੀ ਐਫੀਸ਼ੀਐਂਸੀ ਦੇਖ ਕੇ ਤੇ ਤੁਸੀਂ ਦੇਖੋ ਕਿ ਕਿਸ ਤਰ੍ਹਾਂ ਮਤਲਬ ਤੁਹਾਡੇ ਅੰਦਰ ਕਿੰਨੀ ਗਹਿਰਾਈ ਜਾਂਦੀ ਹੈ ਕਿ ਮੈਂ ਤੇ ਉਹਨੂੰ ਤੇ ਅਨੰਤ ਹੈ, ਮੈਂ ਤਾਂ ਉਹਨੂੰ ਸਮਝ ਹੀ ਨਹੀਂ ਸਕਦਾ, ਪਰ ਜਿੰਨਾ ਥੋੜਾ ਮੈਂ ਸਮਝ ਸਕਣਾ ਵਾ ਤੇ ਉਹਨਾਂ ਮੈਂ ਮਤਲਬ ਉਨੀ ਕੋਸ਼ਿਸ਼ ਤੇ ਕਰ ਸਕਣਾ। ਹੁਣ ਇਹ ਤੁਸੀਂ ਬੜੀ ਗਹਿਰੀ ਗੱਲ ਦੱਸੀ ਹੈ ਨਾ, ਇਹੋ ਜਿਹਾ ਜਿਹੜੇ ਥਾਟਸ ਨੇ ਨਾ ਉਹੀ ਸਾਨੂੰ ਗਹਿਰਾਈ ਵਿੱਚ ਲੈ ਕੇ ਜਾਂਦੇ, ਇਹੋ ਜਿਹੇ ਵਿਚਾਰ ਆਉਂਦੇ ਨੇ। ਹੁਣ ਅਸੀਂ ਜਿਹੜਾ ਬ੍ਰਹਿਮੰਡ ਦਾ ਕੀਤਾ ਨਾ, ਇਹ ਬ੍ਰਹਿਮੰਡ ਸਾਨੂੰ ਨਾ ਬੜੇ ਸੂਖਮ ਵਿਚਾਰਾਂ ਵਿੱਚ ਲੈ ਜਾਂਦਾ ਹੈ। ਸੋ ਮੇਰਾ ਖਿਆਲ ਹੈ ਕਿ ਹੁਣ ਬਹੁਤਾ ਲੰਬਾ ਨਹੀਂ ਕਰਨਾ ਚਾਹੀਦਾ, ਕਿਉਂਕਿ ਮੈਂ ਸੋਚਿਆ ਘੰਟੇ ਦੇ ਵਿੱਚ ਖਤਮ ਕਰ ਦੇਣਾ ਚਾਹੀਦਾ। ਐਂਡ ਫਿਰ ਅਗਲੀ ਵਾਰੀ ਜੋ ਤੁਸੀਂ ਕਹੋ ਮੈਂ ਉਹ ਲੈ ਲਵਾਂ, ਜਿਹਦਾ ਸੰਗਤ ਨੂੰ ਜ਼ਰੂਰਤ ਹੋਵੇ, ਜਿਹਦਾ ਸੰਗਤ ਨੂੰ ਲਾਭ ਹੋਵੇ। ਕਿਉਂਦੇ ਜੀ ਭੈਣ ਜੀ ਕੀ ਚਾਹੋਗੇ ਮੈਨੂੰ ਟੌਪਿਕ ਅਗਲੀ ਵਾਰੀ ਕੀ ਲਵਾਂ, ਜੋ ਕਹੋ ਮੈਂ ਲੈ ਲਵਾਂਗੀ, ਨਹੀਂ ਤੇ ਫਿਰ ਮੈਂ ਆਪਣੇ ਮੈਂ ਤਾਂ ਆਈ ਕਾਫੀ ਗੈਪ ਤੋਂ ਬਾਅਦ ਆ, ਆਪਣੇ ਵਿੰਕੂ ਭੈਣ ਜੀ ਬੈਠੇ ਨੇ, ਡੋਲੀ ਜੀ ਬੈਠੇ ਨੇ, ਇਹਨਾਂ ਨੂੰ ਸਾਰਿਆਂ ਨੂੰ ਪਤਾ ਵੀ ਆਪਾਂ ਕੀ ਕੁਝ ਡਿਸਕਸ ਕਰ ਚੁੱਕੇ ਹਾਂ ਤੇ ਹੋਰ ਕੀ ਚਾਹੀਦਾ ਹੈ ਨਾ। ਹਾਂ ਨਹੀਂ ਠੀਕ ਹੈ ਹਾਂ ਸੁਜੈਸਟ ਕਰਨ ਤਾਂ ਹਾਂ ਠੀਕ ਹੈ ਹਾਂ, ਤੁਹਾਡੇ ਵੀ ਜੇ ਕੋਈ ਸੁਜੈਸਟ ਕਰਨਾ ਚਾਹੁੰਦਾ ਤੇ ਕਰ ਦਿਓ, ਜੇ ਤੁਸੀਂ ਫੀਲ ਕਰਦੇ ਹੋ ਕਿ ਬਈ ਸਾਨੂੰ ਇਹ ਚਾਹੀਦਾ ਤੇ ਫਿਰ ਦੈਨ ਆਈ ਕੈਨ ਟੇਕ ਦੈਟ ਟੌਪਿਕ, ਅਦਰਵਾਈਜ਼ ਮੈਂ ਫਿਰ ਜੋ ਮੈਂ ਠੀਕ ਸਮਝਾਂਗੀ ਲੈ ਲਾ। ਠੀਕ ਹੈ ਭੈਣ ਜੀ, ਜਦੋਂ ਆਪ ਜੀ ਨੇ ਗਾਈਡਡ ਮੈਡੀਟੇਸ਼ਨ ਕਰਵਾਈ ਸੀਗੀ, ਹਾਂਜੀ ਉਹ ਜੋ ਆਪ ਜੀ ਕਹਿ ਰਹੇ ਹੋ ਕਿ ਇੱਕ ਓਮਕਾਰ ਦਾ ਕਿੰਨਾ ਵਿਸਥਾਰ ਹੈ, ਉਹ ਸਾਨੂੰ ਮਹਿਸੂਸ ਕਰਨਾ ਚਾਹੀਦਾ। ਮੈਨੂੰ ਤੇ ਉਹ ਬਹੁਤ ਹੈਲਪਫੁਲ ਲੱਗਾ।
ਨਹੀਂ ਤੁਸੀਂ ਬਿਲਕੁਲ ਠੀਕ ਤੋ ਕਹਿ ਰਹੇ ਹੋ, ਬਿਲਕੁਲ ਠੀਕ ਕਹਿ ਰਹੇ ਹੋ, ਇਹਦੇ 'ਚ ਕੋਈ ਸ਼ੱਕ ਹੀ ਨਹੀਂ ਹੈ। ਕਿਉਂਕਿ ਜਿਸ ਤਰ੍ਹਾਂ ਮੈਡੀਟੇਸ਼ਨ ਵਿੱਚ ਅੰਦਰ ਜਾਈਦਾ, ਵੈਸੇ ਅੰਦਰ ਨਹੀਂ ਜਾਇਆ ਜਾਂਦਾ। ਸੋ ਨਹੀਂ ਸੰਗਤ ਦਾ ਠੀਕ ਪਤਾ ਹੈ। ਨਹੀਂ ਕਿਸ ਤਰ੍ਹਾਂ ਵਿਚਾਰ ਹੈ। ਹਾਂ, ਜੇ ਸਾਰੀ ਸੰਗਤ ਚਾਹੇ ਤੇ ਅਗਲੀ ਵਾਰ ਅਸੀਂ ਮੈਡੀਟੇਸ਼ਨ ਕਰਾਂ, ਕਿਉਂਕਿ ਮੈਡੀਟੇਸ਼ਨ ਤੋਂ ਬਿਨਾ ਅਸੀਂ ਨਾ ਤੇ ਅੰਦਰ ਜਾ ਸਕਦੇ ਹਾਂ, ਨਾ ਸੂਖਮ ਹੋ ਸਕਦੇ ਹਾਂ, ਨਾ ਸਾਡੇ ਵਿਚਾਰ ਖਤਮ ਹੋ ਸਕਦੇ। ਮਤਲਬ ਆਪ ਜੀ ਆਪ ਦੇ ਵਿਚਾਰ ਤੇ ਬਹੁਤ ਜ਼ਿਆਦਾ ਬਹੁਤ ਵੈਲਿਊਏਬਲ ਹੈਗੇ ਨੇ, ਬਹੁਤ ਇੰਪੋਰਟੈਂਟ ਹੈਗੇ, ਤੇ ਆਪ ਜੀ ਵਿਚਾਰ ਵੀ ਕਰੋ, ਪਰ ਥੋੜੀ ਦੇਰ ਤੁਸੀਂ ਗਾਈਡਡ ਮੈਡੀਟੇਸ਼ਨ ਇਸ ਤਰ੍ਹਾਂ ਜੇਕਰ ਸੰਗਤ ਨੂੰ ਪੁੱਛ ਨਹੀਂ ਲੈਂਦੇ ਆ। ਠੀਕ ਹੈ, ਬਿਲਕੁਲ ਬਿਲਕੁਲ ਤੁਹਾਡੀ ਗੱਲ ਮੈਂ ਬਿਲਕੁਲ ਮੰਨਨੀ ਹਾਂ। ਆਈ ਫੀਲ ਲਾਈਕ ਦਿਸ ਕਿ ਮੈਡੀਟੇਸ਼ਨ ਤੋਂ ਬਿਨਾ ਜਿਹੜਾ ਹੈਗਾ ਡੈਪਥ ਵਿੱਚ ਨਹੀਂ ਜਾਇਆ ਜਾਂਦਾ, ਮੈਡੀਟੇਸ਼ਨ ਤੋਂ ਬਿਨਾ ਬ੍ਰਹਮਾਂਡ ਨਾਲ ਨਹੀਂ ਜੁੜਿਆ ਜਾਂਦਾ ਹੈਗਾ। ਬਿਲਕੁਲ ਤੁਹਾਡੀ ਗੱਲ ਠੀਕ ਹੈ, ਆਈ ਫੁੱਲੀ ਐਗਰੀ ਵਿਦ ਯੂ। ਸੋ ਹੋਰ ਜੇ ਕੋਈ ਸੰਗਤ ਦਾ ਸੁਜੈਸ਼ਨ ਹੈ ਦਿਓ, ਕੋਈ ਸਵਾਲ ਹੈ ਦਿਓ, ਤੇ ਨਹੀਂ ਤੇ ਅਦਰਵਾਈਜ਼ ਫਿਰ ਅਸੀਂ ਇੱਥੇ ਖਤਮ ਕਰਦੇ ਹਾਂ। ਮੈਂ ਜਸਟ ਮੈਂਸ਼ਨ ਕਰਨਾ ਸੀਗਾ ਕਿ ਜਿੱਦਾਂ ਮੈਡੀਟੇਸ਼ਨ ਦੀ ਗੱਲ ਕਰ ਰਹੇ ਨਾ, ਈਵਨ ਕੰਮਾਂ ਤੇ ਵੀ ਕੁਝ ਮੀਟਿੰਗਸ ਅੱਜ ਕੱਲ ਹੁੰਦੀਆਂ ਨੇ, ਕਾਫੀ ਕੰਪਨੀਆਂ ਕਰਨ ਲੱਗ ਗਈਆਂ ਨੇ ਇਦਾਂ ਅਬਾਊਟ ਆਵਰ ਸੈਸ਼ਨ, ਜਿੱਥੇ ਗਾਈਡਡ ਮੈਡੀਟੇਸ਼ਨ ਕਰਾਈ ਜਾਂਦੀ ਹੈ, ਐਂਡ ਟੀਮ ਮੈਂਬਰਸ ਉਹਨਾਂ ਦੀ ਚੋਇਸ ਹੁੰਦੀ ਹੈ ਉਹਨਾਂ ਨੇ ਅਟੈਂਡ ਕਰਨੀ ਕਿ ਨਹੀਂ ਕਰਨੀ। ਬਟ ਇਟਸ ਕਮਿੰਗ, ਮੇਰੇ ਕੰਮ ਤੇ ਵੀ ਹੁੰਦੀਆਂ ਤੇ ਮੇਰੀ ਬੇਟੀ ਦੱਸ ਰਹੀ ਸੀ ਉਹਦੇ ਕੰਮ ਤੇ ਵੀ ਕਰਾਉਂਦੇ ਨੇ ਰਾਈਟ, ਬਿਲਕੁਲ ਠੀਕ ਹੈ ਤੁਹਾਡੀ। ਭੈਣ ਜੀ ਆਈ ਐਗਰੀ, ਅਗਲੀ ਵਾਰ ਤੂੰ ਥੋੜੀ ਮੈਡੀਟੇਸ਼ਨ ਕਰਾਓ ਜੀ। ਠੀਕ ਹੈ, ਬਿਲਕੁਲ ਠੀਕ ਹੈ। ਇਹ ਮੈਂ ਕਹਿ ਰਹੀ ਹਾਂ ਸੰਗਤ ਮੈਨੂੰ ਦੱਸੇ, ਕਿਉਂਕਿ ਮੈਨੂੰ ਪਤਾ ਲੱਗੇ ਵੀ ਕਿਹੜੀ ਚੀਜ਼ ਦੇ ਤੁਹਾਨੂੰ ਜ਼ਿਆਦਾ ਲਾਭ ਹੋ ਸਕਦਾ ਹੈ, ਕਿਹੜੀ ਚੀਜ਼ ਦੀ ਜ਼ਰੂਰਤ ਹੈ, ਤਾਂ ਕਿ ਮਤਲਬ ਫਿਰ ਮੈਂ ਤੇ ਕੁਝ ਨਾ ਕੁਝ ਬੋਲਣਾ ਹੀ ਹੈ ਤੇ ਮੈਂ ਮੈਡੀਟੇਸ਼ਨ ਕਰਾ ਲਾਂ, ਕਿਉਂਕਿ ਮੇਰਾ ਤੇ ਆਪਣਾ ਵਿਚਾਰ ਹੈ। ਮੈਨੂੰ ਤੇ ਆਪ ਨੂੰ ਪਤਾ ਹੈ ਕਿ ਮੈਡੀਟੇਸ਼ਨ ਨਾਲ ਹੀ ਮੈਂ ਜ਼ਿਆਦਾ ਗਹਿਰਾਈ ਵਿੱਚ ਗਈ ਸੀ। ਮੈਂ ਰੈਗੂਲਰਲੀ ਮੈਡੀਟੇਸ਼ਨ ਕਰਦੀ ਸੀ, ਤਾਂ ਬਹੁਤ ਲਾਭ ਹੋਇਆ ਸੀ। ਔਰ ਜਦੋਂ ਅਸੀਂ ਗੁਰਬਾਣੀ ਨਾਲ ਮੈਡੀਟੇਸ਼ਨ ਕਰਨੇ ਆ ਤੇ ਫਿਰ ਸਾਨੂੰ ਪਤਾ ਲੱਗ ਜਾਂਦਾ ਕਿ ਅਸੀਂ ਬ੍ਰਹਮਾਂਡ ਨਾਲ ਕਿਵੇਂ ਜੁੜਨਾ ਹੈ, ਮੂਲ ਮੰਤਰ ਕੀ, ਮਤਲਬ ਅਸੀਂ ਗੁਰਬਾਣੀ ਦੀ ਗਹਿਰਾਈ ਵਿੱਚ ਹੋਰ ਚਲ ਜਾਂਦੇ। ਸੋ ਜੀ ਮੇਰਾ ਰਿਕੁਐਸਟ ਹੈ ਹਾਂਜੀ, ਤੁਸੀਂ ਕੀ ਸੁਜੈਸਟ ਕਰਦੇ ਹੋ? ਦੱਸੋਗੇ ਕਿ ਮੈਡੀਟੇਸ਼ਨ ਕਿਸੇ ਵੇਲੇ ਵੀ ਕਰ ਸਕਦੇ ਹਾਂ ਆਪਾਂ? ਹਾਂ ਬਿਲਕੁਲ 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 ਬਿਲਕੁਲ। ਐਕਚੁਅਲੀ ਤੁਸੀਂ ਟਾਈਮ ਦੀ ਕਦੀ ਕੋਈ ਵਿਚਾਰ ਹੀ ਨਹੀਂ ਕਰਨੀ। ਜਦੋਂ ਤੁਸੀਂ ਫ੍ਰੀ ਹੋ ਨਾ, ਜਦੋਂ ਤੁਹਾਡੇ ਹੋਰ ਕੋਈ ਕੰਮ ਨਹੀਂ, ਧਿਆਨ ਹੋਰ ਕਿਸੇ ਪਾਸੇ ਨਹੀਂ, ਐਂਡ ਤੁਸੀਂ ਬਿਲਕੁਲ ਵੱਖਰੇ ਇਕੱਲੇ ਬੈਠ ਕੇ ਕਰਨੀ ਹੈ, ਮਤਲਬ ਜਿੰਨੀ ਤੁਹਾਡੀ ਸ਼ਾਂਤੀ, ਜੇ ਤੁਸੀਂ ਮੈਡੀਟੇਸ਼ਨ ਡਿਸਟਰਬੈਂਸ ਹੋਏਗੀ ਤਾਂ ਮੈਡੀਟੇਸ਼ਨ ਹੋਏਗੀ। ਮੇਰਾ ਐਕਸਪੀਰੀਅੰਸ ਕੁਝ ਹੋ ਰਿਹਾ। ਹਾਂਜੀ, ਮੈਨੂੰ ਲੱਗਦਾ ਹੁੰਦਾ ਹੈ ਕਿ ਇਹ ਆਵਾਜ਼ ਅੰਦਰੋਂ ਆਉਂਦੀ ਹੈ ਕਿ ਹੁਣ ਉਹਦੇ ਧਿਆਨ ਜਾ ਰਿਹਾ ਤੇ ਹੁਣ ਬੈਠ ਜਾਓ। ਨਹੀਂ ਮੈਨੂੰ ਐਸਾ ਐਕਸਪੀਰੀਅੰਸ ਬੜੀ ਉੱਤਮ ਹੁੰਦੀ ਹੈ। ਹਾਂ, ਨਹੀਂ ਕਦੇ ਕਦਾਈਂ ਰੇਅਰ ਹੈ। ਨਹੀਂ ਆਈ ਅੰਡਰਸਟੈਂਡ ਵਾਟ ਯੂ ਆਰ ਸੇਇੰਗ। I feel ਕਿ ਮੈਡੀਟੇਸ਼ਨ ਕਰਨ ਦੇ ਵੇਲੇ ਤੁਹਾਡਾ ਧਿਆਨ, you are absorbed and you are at ਤੁਹਾਡੇ ਕੋਈ ਥਾਟ ਆਉਂਦਾ ਨਹੀਂ ਹੈ ਉਸ ਵੇਲੇ, you are really with it, ਉਹ ਮੈਡੀਟੇਟ ਕਰੋਗੇ ਤਾਂ ਹੀ ਮੇਰਾ ਖਿਆਲ ਹੈ ਕਿ ਤੁਸੀਂ ਐਬਜ਼ੌਰਬਡ ਹੁੰਦੇ ਹੋ। ਬਿਲਕੁਲ ਠੀਕ ਹੈ। ਇੰਦਰਜੀਤ ਕੌਰ ਭੈਣ ਜੀ, ਤੁਸੀਂ ਜਦੋਂ ਮੈਡੀਟੇਸ਼ਨ ਤੇ ਬੈਠਦੇ ਹੋ ਨਾ, ਤੇ ਮੈਡੀਟੇਸ਼ਨ ਤੇ ਬੈਠਦੇ ਜਦੋਂ, ਤਾਂ ਫਿਰ ਤੁਸੀਂ ਇਹ ਦੇਖੋ ਕਿ ਤੁਹਾਡੇ ਪਹਿਲਾਂ ਤਾਂ ਤੁਹਾਨੂੰ ਕੋਈ ਵੀ ਆਵਾਜ਼ ਕਮਰੇ ਵਿੱਚੋਂ ਨਹੀਂ ਸੀ ਆ ਰਹੀ, ਤੇ ਹੁਣ ਤੁਹਾਨੂੰ ਕਮਰੇ ਵਿੱਚੋਂ ਇੰਨੀਆਂ ਆਵਾਜ਼ਾਂ ਆ ਰਹੀਆਂ ਹੈਗੀਆਂ ਨੇ। ਫਰਜ਼ ਕਰੋ ਫੈਨ ਚੱਲ ਰਿਹਾ, ਤੁਹਾਨੂੰ ਫੈਨ ਦੀ ਪੂਰੀ ਆਵਾਜ਼ ਆ ਰਹੀ। ਜੇ ਕੁਛ ਵੀ ਨਹੀਂ ਹੋ ਰਿਹਾ, ਇੰਨੀਆਂ ਆਵਾਜ਼ਾਂ ਆਉਣਗੀਆਂ, ਕੂੰ ਕੂੰ ਕੂੰ, ਜਿਸ ਤਰ੍ਹਾਂ ਕਿ ਪਤਾ ਨਹੀਂ ਕਿੰਨੇ ਕੁ ਵਰਡਸ ਵਿੱਚ ਬੋਲ ਰਹੇ ਹੈਗੇ ਨੇ, ਵਿਚ ਮੀਨਸ ਕਿ ਸਾਡਾ ਦਿਮਾਗ ਹਰ ਵੇਲੇ ਆਪਣੇ ਵਿਚਾਰਾਂ 'ਚ ਇੰਨਾ ਜ਼ਿਆਦਾ ਹੁੰਦਾ ਕਿ ਅਸੀਂ ਆਵਾਜ਼ਾਂ ਕਦੇ ਸੁਣਦੇ ਹੀ ਨਹੀਂ ਹੈ। ਇਹ ਤਾਂ ਮਤਲਬ ਉਸ ਵੇਲੇ ਸਾਡਾ ਮਾਈਂਡ ਜਿਹੜਾ ਬਿਲਕੁਲ ਕੁਆਇਟ ਹੋ ਗਿਆ, ਤਾਂ ਸਾਨੂੰ ਛੋਟੀ ਤੋਂ ਛੋਟੀ ਆਵਾਜ਼ ਸੁਣੀ ਜਾ ਰਹੀ। ਸੋ ਮੈਡੀਟੇਸ਼ਨ ਦਾ ਜਿਹੜਾ ਟਾਈਮ ਹੈ, ਉਹ ਮੈਂ ਹਰ ਇੱਕ ਦਾ ਆਪਣਾ ਆਪਣਾ ਹੁੰਦਾ। ਮੈਂ ਰਾਤ ਨੂੰ ਬੈਠਦੀ ਹਾਂ, ਮੈਨੂੰ ਰਾਤ ਨੂੰ, ਹਾਂਜੀ ਬੋਲੋ, ਕੌਣ ਬੋਲੇ, ਬੋਲੋ। ਹਰ ਇੱਕ ਦਾ ਨਾ ਆਪਣਾ ਟਾਈਮ ਹੁੰਦਾ ਜਿਹੜਾ ਉਹਨੂੰ ਸੂਟ ਕਰਦਾ ਹੈਗਾ। ਔਰ ਜੇ ਤੁਸੀਂ ਕਹੋ ਕਿ ਤੁਹਾਡੇ ਅੰਦਰੋਂ ਆਵਾਜ਼ ਆਉਂਦੀ ਹੈ, ਉਹ ਠੀਕ ਹੈ। ਉਹ ਅੰਦਰੋਂ ਆਵਾਜ਼ ਕਦੋਂ ਆਉਂਦੀ ਹੈ? ਜਦੋਂ ਤੁਹਾਡਾ ਮਾਈਂਡ ਫ੍ਰੀ ਹੈ, ਜਦੋਂ ਤੁਹਾਨੂੰ ਹੋਰ ਕੋਈ ਸੋਚ ਨਹੀਂ, ਔਰ ਤੁਹਾਡੇ ਅੰਦਰ ਆ ਰਿਹਾ ਕਿ ਮੈਂ ਬੈਠਣਾ, ਉਹ ਤੁਹਾਡੇ ਅੰਦਰ ਦੀ ਆਵਾਜ਼ ਹੈ।
ਐਂਡ ਕਿਸ ਤਰ੍ਹਾਂ ਤੁਸੀਂ ਬੈਠਦੇ ਹੋ, ਕਿਸ ਤਰ੍ਹਾਂ ਬੈਠਦੇ ਹੋ ਇੰਦਰਜੀਤ ਭੈਣ ਜੀ? ਇਹ ਤੁਸੀਂ ਕਿਸੇ ਸ਼ਬਦ ਨਾਲ ਬੈਠਦੇ ਹੋ ਕਿ ਵੈਸੇ ਹੀ ਬੈਠਦੇ ਹੋ ਕਿ ਕਿਸ ਤਰ੍ਹਾਂ? ਮੈਂ ਬਹੁਤਾ ਨਹੀਂ ਬੈਠਦੀ ਜੀ ਓਨੈਸਟਲੀ, ਪਰ ਇਹ ਹੈ ਕਿ ਮੈਨੂੰ ਇਹ ਹੁੰਦਾ ਕੀਰਤਨ ਚੱਲ ਰਿਹਾ ਹੈ ਹਾਂ ਜਾਂ ਕਥਾ ਚੱਲ ਰਹੀ ਹੈ ਸਲੋ ਆਵਾਜ਼ ਦੇ ਵਿੱਚ, ਉਹ ਵੋਲਿਊਮ ਹਾਂ। ਕੱਟ ਕਰਕੇ ਮਤਲਬ ਨਾਲ ਜੁੜਨ ਦੀ ਕੋਸ਼ਿਸ਼ ਕੀਤੀ ਜਾਏ। ਹਾਂ ਨਹੀਂ ਨਹੀਂ ਠੀਕ ਹੈ। ਔਰ ਕੀਰਤਨ ਦੇ ਨਾਲ ਜ਼ਿਆਦਾ ਮਨ ਜੁੜਦਾ ਕਿਉਂਕਿ ਮਿਊਜ਼ਿਕ ਹੁੰਦੀ ਹੈ ਨਾ, ਹਾਂਜੀ ਮਿਊਜ਼ਿਕ ਦੇ ਵਿੱਚ ਧਿਆਨ ਇੱਕਦਮ ਜੁੜ ਜਾਂਦਾ ਹੈ। ਔਰ ਕੋਸ਼ਿਸ਼ ਇਹ ਕਰੋ, ਅੱਗੋਂ ਤੁਹਾਡੇ ਸਭ ਦੀ ਆਪਣੀ ਚਾਇਸ ਹੈ, ਕੋਸ਼ਿਸ਼ ਇਹ ਕਰੋ ਕਿ ਜਿਹਦੇ ਵਿੱਚ ਜ਼ਿਆਦਾ ਮਤਲਬ ਕਥਾ ਨਹੀਂ ਚੱਲ ਰਹੀ, ਜਿਹਦੇ ਜ਼ਿਆਦਾ ਵਰਡਿੰਗ ਨਹੀਂ ਚੱਲ ਰਹੀ, ਮਤਲਬ ਇੱਕ ਵਾਹਿਗੁਰੂ ਚੱਲ ਰਿਹਾ ਹੈ ਜਾਂ ਫਿਰ ਸ਼ਬਦ ਇਸ ਤਰ੍ਹਾਂ ਚੱਲ ਰਿਹਾ। ਅੱਛਾ, ਇੱਕ ਮੈਂ ਤੁਹਾਨੂੰ ਵੀਡੀਓ ਪਾਇਆ ਹੈਗਾ ਵੇ ਇਹਦੇ ਤੇ ਹੀ, ਉਹ ਇਹਨਾਂ ਦਾ ਖੰਨੇ ਵਾਲਿਆਂ ਦਾ, ਹਾਂਜੀ, ਉਹਦੇ ਅੱਜ ਵਿੱਚ ਦੇਖਿਆ ਸੀ ਮੈਂ, ਹਾਲੇ ਸੁਣਿਆ ਨਹੀਂ ਹੋ ਹਾਂ ਸੁਣਿਆ। ਹਾਂਜੀ ਅੱਛਾ, ਉਹ ਤੁਸੀਂ ਟਰਾਈ ਕਰਨਾ, ਜੇ ਉਹਦੇ ਨਾਲ ਤੁਹਾਡਾ ਧਿਆਨ ਲੱਗੇ ਨਾ ਤੇ ਹਾਂਜੀ ਉਹ ਮੈਨੂੰ ਬੜਾ ਵੰਡਰਫੁਲ ਲੱਗਾ, ਕਿਉਂਕਿ ਉਹਦੇ ਵਿੱਚ ਮਤਲਬ ਨਾ ਤਾਂ ਵਿਖਿਆਨ ਹੈ ਔਰ ਨਾ ਪੂਰਾ ਸ਼ਬਦ ਹੈ। ਉਹਦੇ ਵਿੱਚ ਉਹਨਾਂ ਨੇ ਵਿੱਚ ਤੁਕਾਂ ਇਸ ਤਰ੍ਹਾਂ ਦੀਆਂ ਬੋਲਦੇ ਨੇ ਕਿ ਤੁਸੀਂ ਫਟ ਉਹਦੇ ਨਾਲ ਜੁੜ ਜਾਂਦੇ। ਜਿਸ ਤਰ੍ਹਾਂ ਕਿ ਉਹਨਾਂ ਦਾ ਸ਼ੁਰੂ ਕੀ ਹੁੰਦਾ, ਵਾਰ ਵਾਰ ਜਾਉ ਗੋਬਿੰਦ 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 ਗੋਪਾਲ ਗੋਪਾਲ, ਅੱਗੋਂ ਮਤਲਬ ਸਤਿਗੁਰ ਪਰਮੇਸ਼ਰ ਮੇਰਾ, ਪਰ ਇਹਦੇ ਰਿਪੀਟ ਕਰਦੇ ਯੂ ਗੋ ਇਨਟੂ ਦੈਟ ਭਾਵ, ਸਤਿਗੁਰ ਪਰਮੇਸ਼ਰ ਮੇਰਾ, ਤੁਸੀਂ ਗੋ ਇਨਟੂ ਦੈਟ ਭਾਵ, ਤੁਸੀਂ ਉਸ ਭਾਵ ਵਿੱਚ ਚਲ ਜਾਂਦੇ ਹੋ ਤਾਂ ਫਿਰ ਕੀ ਤੁਹਾਡਾ ਥਾਟ ਬਿਲਕੁਲ ਖਤਮ ਹੋ ਜਾਂਦਾ ਹੈ। ਯੂ ਆਰ ਵਨ ਵਿਦ ਦੈਟ। ਸੋ ਜਿਸ ਤਰ੍ਹਾਂ ਕਿਸੇ ਨੂੰ ਸਹੂਲੀਅਤ ਹੋਵੇ, ਕਿ ਮੈਂ ਤਾਂ ਤੁਹਾਨੂੰ ਸਿਰਫ ਦੱਸ ਰਹੀ ਹਾਂ ਕਿ ਜੇ ਤੁਹਾਨੂੰ ਇਸ ਤਰ੍ਹਾਂ ਸਹੂਲੀਅਤ ਹੋਵੇ ਇਸ ਤਰ੍ਹਾਂ ਵੀ ਕਰ ਸਕਦੇ ਹੋ, ਪਰ ਕੋਈ ਟਾਈਮ ਬੈਠਣ ਦਾ ਨਹੀਂ ਜਦੋਂ ਤੁਸੀਂ ਖਾਲੀ ਹੋ। ਔਰ ਮੋਸਟਲੀ ਸਵੇਰ ਦਾ ਟਾਈਮ ਬੜਾ ਅੱਛਾ ਹੁੰਦਾ, ਔਰ ਮੈਨੂੰ ਤਾਂ ਰਾਤ ਦਾ ਵੀ ਬੜਾ ਸੂਟ ਕਰਦਾ। ਮੈਂ ਤੇ ਰਾਤ ਨੂੰ ਕਹਿਣ ਦੀ ਗੱਲ ਹੈ, ਮੈਂ ਤੇ 12 ਤੋਂ ਪਹਿਲਾਂ ਨਹੀਂ ਸੌਂਦੀ, ਕਿਉਂਕਿ ਮੇਰਾ ਉਸ ਵੇਲੇ ਮਨ ਜਿਹੜਾ ਬਹੁਤ ਲੱਗਦਾ। ਜਦੋਂ ਤੁਹਾਡਾ ਮਨ ਲੱਗਦਾ, ਕਈ ਵਾਰੀ ਤੇ ਮੈਂ ਦੇਖਿਆ ਕਿ ਬਾਹਰੋਂ ਆਈਏ ਬੜੇ ਥੱਕੇ ਹੋ ਤੇ ਤੁਸੀਂ ਬੈਠੋ, ਤੁਹਾਡਾ ਧਿਆਨ ਲੱਗ ਜਾਂਦਾ। ਔਰ ਕਈ ਵਾਰੀ ਕੀ ਹੈ, ਤੁਹਾਡਾ ਧਿਆਨ ਲੱਗ ਜਾਂਦਾ, ਥੱਕੇ ਆ ਕੇ ਮੈਂ ਤਾਂ 5 ਮਿੰਟ ਅੱਖਾਂ ਬੰਦ ਕਰਾਂਗੀ ਤੇ ਸੌਂ ਜਾਵਾਂਗੀ। ਉਹ ਤੇ ਬੜੀ ਅੱਛੀ ਨਹੀਂ ਬੜੀ ਅੱਛੀ ਗੱਲ ਹੈ, ਪਰ ਉਹਦੇ ਵਿੱਚ ਤੁਸੀਂ ਫੀਲ ਕਰੋ ਕਿ ਮੈਂ ਮੈਡੀਟੇਸ਼ਨ ਵਿੱਚ ਚਲੀ ਗਈ, ਠੀਕ ਹੈ ਨਾ, ਉਹ ਵੀ ਅੱਛੀ ਗੱਲ ਹੈ। ਮਤਲਬ ਜਿਸ ਤਰ੍ਹਾਂ ਦੇਖੋ ਸਾਡੇ ਸਭ ਦੇ ਸੁਭਾਅ ਆਪਣੇ ਆਪਣੇ ਨੇ, ਸਭ ਨੂੰ ਅਸੀਂ ਕੋਈ ਵੀ ਮਜਬੂਰ ਨਹੀਂ ਕਰ ਸਕਦੇ। ਮਤਲਬ ਇਹ ਵੇ ਕਿ we should be one with what we are doing, ਅਸੀਂ be one with the word, ਜੋ ਕਿ ਅਸੀਂ ਸ਼ਬਦ ਸੁਰ ਦਾ ਮੇਲ ਜਿਹੜਾ ਨਾ, ਉਹਨੂੰ ਹੀ ਗੁਰਬਾਣੀ ਨੇ ਬਹੁਤ ਜ਼ਿਆਦਾ ਇੰਪੋਰਟੈਂਸ ਦਿੱਤੀ ਹੈ। ਸੋ ਸ਼ਬਦ ਸੁਰ ਦਾ ਮੇਲ ਤੇ ਹੈ ਕਿ ਵੈਸੇ ਅਸੀਂ ਮਤਲਬ ਮੈਡੀਟੇਸ਼ਨ ਤੇ ਖਾਲੀ ਨਹੀਂ ਬੈਠਦੇ, ਅਸੀਂ ਤੇ ਯੂਜਲੀ ਸ਼ਬਦ ਦੇ ਨਾਲ ਹੀ ਬੈਠਦੇ ਹੈਗੇ ਆ, ਭਾਵੇਂ ਸਿਰਫ ਵਾਹਿਗੁਰੂ ਹੀ ਹੋਵੇ। ਐਂਡ ਉਹ ਹੈ ਕਿ ਫਿਰ ਉਹਦੇ ਨਾਲ ਇਹ ਵੇ ਕਿ ਫਿਰ ਤੁਹਾਡਾ ਧਿਆਨ ਦੂਸਰੇ ਪਾਸੇ ਨਹੀਂ ਜਾਂਦਾ। ਹੁਣ ਜੇ ਤੁਸੀਂ ਵਾਹਿਗੁਰੂ ਕਹਿੰਦੇ ਹੋ ਤੇ ਫਿਰ ਤੁਸੀਂ ਇਹ ਵੀ ਅੰਦਰ ਸੋਚ ਸਕਦੇ ਹੋ ਕਿ ਉਹਦਾ ਜਿਹੜਾ ਸਾਰਾ ਬ੍ਰਹਿਮੰਡ ਹੈ ਕਿਸ ਤਰ੍ਹਾਂ ਚੱਲ ਰਿਹਾ, ਵਾਹ 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 ਵਾਹ, ਉਹਦੀ ਵਾਹ ਵਾਹ ਹੋ ਰਿਹਾ। ਸੋ ਯੂ ਕੈਨ ਥਿੰਕ ਲਾਈਕ ਦਿਸ। ਬਾਕੀ ਜਿਸ ਤਰ੍ਹਾਂ ਤੁਹਾਨੂੰ ਸੂਟ ਕਰੇ, ਬਾਕੀ ਅਸੀਂ ਮਤਲਬ ਹੁਣ ਮੈਡੀਟੇਸ਼ਨ ਵਿੱਚ ਕਰਵਾਵਾਂਗੇ ਤੇ ਉਹਦੇ ਵਿੱਚ ਫਿਰ ਆਪਣੇ ਆਪ ਹੀ ਤੁਹਾਨੂੰ ਜੋ ਠੀਕ ਲੱਗੇਗਾ ਅਸੀਂ ਉਸ ਤਰ੍ਹਾਂ ਕਰ ਲਵਾਂਗੇ। ਹੋਰ ਕਿਸੇ ਦਾ ਮੈਡੀਟੇਸ਼ਨ ਦਾ ਕੋਈ ਸਵਾਲ ਹੈ ਤੇ ਤੁਸੀਂ ਦੱਸੋ, ਨਹੀਂ ਤੇ ਫਿਰ ਐਕਚੁਅਲੀ ਗਾਈਡਡ ਮੈਡੀਟੇਸ਼ਨ ਤੇ ਧਿਆਨ ਬੜਾ ਲੱਗਦਾ, ਇੱਕ ਬਿਲਕੁਲ ਠੀਕ ਹੈਗਾ, ਕਿਉਂਕਿ ਜਦੋਂ ਅਸੀਂ ਇਕੱਠੇ ਇੱਥੇ ਬੈਠ ਕੇ ਕਰ ਰਹੇ ਹਾਂ ਫਿਰ ਧਿਆਨ ਟੋਟਲੀ ਉਹਦੇ ਚ ਹੁੰਦਾ, ਕਿਸੇ ਪਾਸੇ ਨਹੀਂ ਜਾਂਦਾ। ਔਰ ਰਾਜੀ ਜੀ ਕੋਈ ਐਡਵਾਈਸ ਦਿਓ ਤੁਸੀਂ। ਵਾਹਿਗੁਰੂ ਜੀ, ਮੈਂ ਐਡਵਾਈਸ ਨਹੀਂ ਦੇ ਸਕਦੀ ਆਂਟੀ, ਤੁਸੀਂ ਤੁਹਾਡੀਆਂ ਗੱਲਾਂ ਸੁਣ ਕੇ ਮੈਨੂੰ ਕਾਫੀ ਕੁਛ ਇਹਦੇ ਵਿੱਚ ਪੁਆਇੰਟਸ ਜਿਹੜੇ ਹੈਗੇ ਆ ਫੋਕਸ ਕਰਨ ਦੀ ਲੋੜ ਹੈਗੀ ਆ ਮੈਨੂੰ ਵੀ। ਤੇ ਜਿਹੜੇ ਤੁਸੀਂ ਇੱਕ ਸਭ ਤੋਂ ਪਹਿਲਾ ਪੁਆਇੰਟ ਜਿਹੜਾ ਹੈਗਾ ਆ ਸ਼ਬਦ ਸੁਰਤ ਦਾ ਮੇਲ, ਸ਼ਬਦ ਸੁਰਤ ਦਾ ਮੇਲ, ਉਸ ਤੋਂ ਬਾਅਦ ਜਿਸ ਤਰ੍ਹਾਂ ਗਾਵੀਏ ਸੁਣੀਏ ਮਨ ਰੱਖੀਏ ਭਾਵ, ਜੇ ਅਸੀਂ ਗਾਵਾਂਗੇ ਉਹਨੂੰ ਸੁਣਨਾ ਆ, ਫੋਕਸ ਸਾਡਾ ਸੁਣਨ ਤੇ ਹੋਵੇ, ਫਿਰ ਅਸੀਂ ਉਹਨੂੰ imagination is just like a magic, so imagination ਜਿਹੜੀ ਆ ਉਹ ਜਿਸ ਤਰ੍ਹਾਂ ਕਹਿੰਦੇ ਨੇ ਨਾ raise the bar। ਫਿਰ ਉਸ ਤੋਂ ਬਾਅਦ ਤੁਸੀਂ ਕਿਹਾ ਆ ਕਿ ਕੌਨਸ਼ੀਅਸਨੈਸ ਜਿਹੜੀ ਹੈਗੀ ਆ, ਕੌਨਸ਼ੀਅਸਨੈਸ ਜਿਹੜੇ ਸਾਡੇ ਮੇਨਲੀ ਹੈਗਾ ਧਿਆਨ ਜਿਹੜਾ ਹੈਗਾ ਜਾਣਾ। ਸੋ ਸ਼ਬਦ ਸੁਰ ਦਾ ਮੇਲ
ਧਿਆਨ, ਉਸ ਤੋਂ ਬਾਅਦ ਇਮੈਜੀਨੇਸ਼ਨ ਜਿਹੜੀ ਆ ਉਹ ਬਹੁਤ ਹੀ ਇੰਪੋਰਟੈਂਟ ਹੈਗੀ ਆ। बहुत अच्छा, वेरी नाइस, बिल्कुल ठीक है। ਤੇ ਨਿਸ਼ਾਨਾ Yeah. ਕੀ ਆ? ਸਾਡੀ Yeah. ਪਹਿਲਾਂ ਅਰਦਾਸ, Yes. ਸਭ ਤੋਂ ਪਹਿਲਾਂ ਅਰਦਾਸ। ਜੇ ਸਾਡੇ ਕੋਲ ਅਰਦਾਸ ਨਹੀਂ ਹੈ ਤੇ ਕੁਛ ਨਹੀਂ ਹੈ। ਅਸੀਂ Yes. ਸ਼ਰਨ ਚ ਜਦੋਂ ਜਾਵਾਂਗੇ, Right. ਸ਼ਰਨ ਦੇ ਵਿੱਚ ਪੈ ਕੇ ਸਾਡੇ ਜਿਹੜੇ ਸਾਡੀਆਂ ਐਂਗਜ਼ਾਇਟੀ ਜਿਹੜੀਆਂ ਨਾ ਅੱਧੀਆਂ ਤੇ ਇਸ ਤਰ੍ਹਾਂ ਹੀ ਹਲਕੀਆਂ ਹੌਲੀ ਹੌਲੀ ਸਾਡੀਆਂ ਖਤਮ ਹੋਣੀਆਂ ਸ਼ੁਰੂ ਹੋ ਜਾਣੀਆਂ। ਜਿਸ ਤਰ੍ਹਾਂ ਬਲੱਡ ਪ੍ਰੈਸ਼ਰ ਹੋ ਜਾਂਦਾ ਆ, ਜਾਂ ਟੈਂਸ ਹੋ ਜਾਈਦਾ ਵਾ, ਜਾਂ ਸਟ੍ਰੈਸ ਹੋ ਜਾਈਦਾ ਆ। ਆਲ ਥੀਸ ਥਿੰਗਸ ਇਜ਼ ਲਾਈਕ ਇਹਨਾਂ ਨੂੰ ਫਿਰ ਮਤਲਬ ਇਹ ਫੋਕਸ ਜਿਹੜਾ ਹੈਗਾ ਉਹ ਬਹੁਤ ਜ਼ਰੂਰੀ ਆ। बिल्कुल बहुत जरूरी, सब तो वड्डी गल, बहुत जरूरी, मेन चीज ਮੈਂ है। ਇਹਦੇ ਵਿੱਚ 5 ਪੁਆਇੰਟ ਮੈਨੂੰ ਬਹੁਤ ਵਧੀਆ ਤੁਹਾਡੇ ਤੇ ਉਹ ਫਿਰ ਮੈਂ ਐਮਫਸਾਈਜ਼ नहीं, बिल्कुल करेक्ट, वेरी करेक्ट। सो हुण जे कोई होर सवाल नहीं ते फिर डॉली जी अरदास करिए, जे है ते करके पूछ लो, नहीं तो फिर अरदास कर। आ गया जी फिर सारी संगत आ गया? ਹਾਂਜੀ ਕਰੋ ਜੀ। अच्छा, आई ठीक है। करो। तू दया की अरदास हमारी, जियो पिंड सब तेरा, कह नानक सब तेरी वडियाई, कोई नाम ना जाने मेरा। अरदास एक ओंकार वाहिगुरू जी की फतेह। श्री भगवती जी सहाय। वार श्री भगवती जी की पातशाही 10वीं। प्रथम भगवती सिमर के गुरु नानक लई त्याए। फिर अंगद गुरु ते अमरदास, रामदास से हुई सहाय। अर्जन हर गोबिंद नो सिमरो श्री हर राय। श्री हरकृष्ण ते आइए जिस डिठे सब दुख जाए। तेग बहादुर सिमरिए कर नौ नित आवे ताए, सब थाई उन्हां दी सहाय। 10वें पातशाह श्री गुरु गोबिंद सिंह जी महाराज, सब थाई उन्हां दी सहाय। 10वां पातशाह दे आत्मक स्वरूप श्री गुरु ग्रंथ साहिब जी दे पाठ दर्शन दीदार दा ध्यान करके बोलना जी वाहिगुरू। वाहिगुरू जी आप जी दे सोने 5 प्यारे, 4 साहिबजादे, 40 मुक्ते हट्टियां जपियां तपियां, जिन्हां नाम जपिया बन के छकिया। देख चलाई ते कवाही, देख के अंडिट कीता तिना, प्यारियां सचारियां दी कमाई दा ध्यान करके बोलना जी वाहिगुरू। वाहिगुरू जी जिन्हां सिंघां सिंघियां ने धर्म हिस्सिस दिते, बंद बंद कटवाए, खोपड़ियां लोहाइयां, चटखड़ियां ते चढ़े आरियां नाल चलाए गए। गुरुद्वारियां दी कुर्बानियां कीतियां, उबलदियां देगां विच बैठे, सिक्खी केसां स्वासा संग निभाई, बच्चियां दे टोटे टोटे करके गलां च हार पुआए, सवा सवा मन पीसने पीसे। तिन्हां सिंघां सिंघियां दी पवित्र कमाई दा ध्यान करके बोलना जी वाहिगुरू। पंजां तख्तां ते सरबत गुरुद्वारियां गुरधामां दा ध्यान करके बोलना जी वाहिगुरू। ਵਾਹਿਗੁਰੂ। अकाल पुरख वाहिगुरू जी आप जी दा कोटान कोटान शुकराना है। आप जी ने अपने बच्चों नू आप ही हिम्मत, आप ही शक्ति दी, आप ही संगती तौर के सानू सारियां नू इकत्तर कीता। सच्चे पिता वाहिगुरू जीओ, आप जी दे जुड़न नाल, आप जी दे नाल जुड़न दी जुगती बारे विचार करो कीती दातार पिता जीओ। अरदास बेनती है, जो भी मार्ग सानू तुहाडे नाल जोड़ दे दातार पिता जी, सानू तुसी अगवाई करके आप ही उस मार्ग ते तोरो। सच्चे पिता वाहिगुरू जी सानू बालक वाई तुसी दातार पिता जी हथ पड़ के एक एक कदम साडी अगवाई करो दातार पिता जी। सानू मार्ग दसो, सानू विवेक बुद्ध भी वसो कि असी आप जी दे दस्से हुए मार्ग ते तुरीए दातार पिता जी। अंग संग साई होवो जी, मेहर करो जी। सच्चे पिता वाहिगुरू जी सारी संगत के सिर ते मेहर भरे हाथ रखो, सेहत दान बख्शो, ताकि आप जी दी संगत विच सारे बैठ सकिए, विचार कर सकिए। दातार पिता जी आप ही दूजे दुनियाई ख्यालां नू दूर करो। सच्चे पिता वाहिगुरू जी आत्मिक ख्याल साडे अंदर दा हिस्सा बन जान। सच्चे पिता वाहिगुरू जी आप जी दे हजूर अरदास बेनती, सरबत संसार विच सुख शांति वरताओ जी। किसान परिवारां दे नाल आप जी आप ही वरतो जी। वाहिगुरू जी सोई गुरमुख प्यारियां नू मेलो, जिन्हां मेलिया आप जी दा नाम स्वास स्वास चितावे। सुख होवे गुरु नानक नाम चढ़दी कला, तेरे पाने सरबत दा भला। वाहिगुरू जी का खालसा, ਵਾਹਿਗੁਰੂ ਜੀ वाहिगुरू जी की फतेह। ਫਤਿਹ। बोल
बोले सो निहाल। ਸਤਿ ਸ੍ਰੀ ਸਤਿ ਸ੍ਰੀ ਅਕਾਲ। ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕੀ ਫਤਿਹ। ਫਤਿਹ। ਹਰਬੰਸ ਕੌਰ ਭੈਣ ਜੀ, ਆਪ ਜੀ ਨੇ ਬਹੁਤ ਬਹੁਤ ਸੋਹਣਾ ਸਾਨੂੰ ਸਾਰਿਆਂ ਨੂੰ ਸਮਝਾਇਆ ਹੈ ਤੇ ਸ਼ੁਕਰ ਹੈ ਵਾਹਿਗੁਰੂ ਜੀ ਦਾ ਕਿ ਉਹਨਾਂ ਨੇ ਸਾਨੂੰ ਸਾਰਿਆਂ ਨੂੰ ਤੁਹਾਡੇ ਨਾਲ ਜੋੜਿਆ ਹੈ ਤੇ ਤੁਸੀਂ ਸਾਨੂੰ ਮਾਰਗ ਇਸ ਰਸਤੇ ਦੀ ਥੋੜੀ ਕਲੈਰਿਟੀ ਸਾਨੂੰ ਦੱਸ ਦਿਓ ਕਿ ਕਿਸ ਤਰ੍ਹਾਂ ਅਸੀਂ ਟੁਰਨਾ ਹੈਗਾ। ਸੋ ਆਪ ਜੀ ਦਾ ਬਹੁਤ ਬਹੁਤ ਸ਼ੁਕਰਾਨਾ ਹੈ। ਆਪ ਜਿਸ ਤਰ੍ਹਾਂ ਸਮਝਾ ਰਹੇ ਹੋ ਸਾਨੂੰ ਬਹੁਤ, ਸਾਨੂੰ ਕੋਈ ਟੌਪਿਕ ਬਦਲਣ ਦੀ ਲੋੜ ਨਹੀਂ, ਉਹੀ ਟੌਪਿਕ ਸਾਡੇ ਲਈ ਬੜਾ ਅਨਮੋਲ ਹੈਗਾ। ਤੇ ਤੁਸੀਂ ਜਿਹੜੀਆਂ ਤੁਹਾਡੀਆਂ ਜੋ ਵੀ ਤੁਹਾਡੀ ਗਾਈਡੈਂਸ ਹੈਗੀ ਨਾ, ਤੁਸੀਂ ਆਪਣੀ ਗਾਈਡੈਂਸ ਨੂੰ ਜਿਹੜਾ ਤੁਸੀਂ ਗਾਈਡਡ ਮੈਡੀਟੇਸ਼ਨ ਕਰੋਗੇ ਉਹਦੇ ਵਿੱਚ ਵੀ ਐਡ ਕਰ ਸਕਦੇ ਹੋ ਸਾਡੇ, ਸੋ ਦੈਟ ਜੋ ਤੁਸੀਂ ਕਹਿ ਰਹੇ ਹੋ ਸਾਡੇ ਅੰਦਰ ਹੋਰ ਅੰਦਰ ਤੱਕ ਡੀਪ ਜਾ ਸਕੇ। ਸੋ ਬਹੁਤ ਬਹੁਤ ਆਪ ਜੀ ਦਾ ਥੈਂਕ ਯੂ ਜੀ। ਥੈਂਕ ਯੂ। ਥੈਂਕ ਯੂ ਭੈਣ ਜੀ, ਥੈਂਕ ਯੂ ਜੀ। ਥੈਂਕ ਯੂ ਸਾਰੀ ਸਾਧ ਸੰਗਤ ਦਾ ਬਹੁਤ ਬਹੁਤ ਥੈਂਕ ਯੂ, ਕਿਉਂਕਿ ਤੁਸੀਂ ਜਿੰਨੇ ਧਿਆਨ ਨਾਲ ਸੁਣਦੇ ਹੋ, ਬੋਲਣ ਵਾਲੇ ਨੂੰ ਉਨੀ ਇਨਕਰੇਜਮੈਂਟ ਹੁੰਦੀ ਹੈ। ਤੋ ਮੈਂ ਬੜੀ, ਮੈਨੂੰ ਅੱਛਾ ਲੱਗਾ ਹੈ ਕਿ ਤੁਹਾਨੂੰ ਮਤਲਬ ਬੜਾ ਅੱਜ ਦਾ ਲੈਕਚਰ ਅੱਛਾ ਲੱਗਾ ਹੈ, ਔਰ ਆਪਣਾ ਮੈਡੀਟੇਸ਼ਨ ਵਾਸਤੇ ਮੈਂ ਬਹੁਤ ਅੱਛਾ, ਮੈਂ ਤੁਹਾਡੇ ਖਿਆਲ ਵਿਚਾਰ ਸੁਣ ਕੇ ਬਹੁਤ ਅੱਛਾ ਲੱਗਾ। ਸਭ ਦਾ ਫਿਰ ਧੰਨਵਾਦ। ਥੈਂਕ ਯੂ। ਥੈਂਕ ਯੂ ਜੀ। ਥੈਂਕ ਯੂ।